जे को बोले सच कूड़ा जल जावे। बिल्कुल जी, मेरा कसूर इन्ना ही आ, होर कोई मेरा कसूर नहीं है। 20 परचे कह लो हैगे आ, ਉਹਦੇ ਵਿੱਚੋਂ 15 परचे ਜਿਹੜੇ गुरु ग्रंथ साहब महाराज ਦੇ अदब सत्कार ਨੂੰ बहाल ਕਰਾਉਂਦਿਆਂ ਹੀ ਲੱਗੇ ਆ। ਅੱਗੇ ਉਹੀ ਹੋਊਗਾ ਜਿੰਨਾ ਚਿਰ 328 ਸਰੂਪ ਦੀ ਗੱਲ ਇਹ ਕਿਸੇ ਸਿਰੇ ਨਹੀਂ ਲਾਉਂਦੇ ਉਹਨੇ ਚਿਰ ਟਿਕ ਕੇ ਨਹੀਂ ਬੈਠਾਂਗੇ। ਇੱਥੇ ਲక్ష్మణ ਸਿੰਘ ਧਾਰੋਵਾਲ ਜੰਮਣੇ ਬੰਦ ਨਹੀਂ ਹੋਣੇ। ਬਿਲਕੁਲ ਨਰੈਣੂ ਮਹੰਤ ਦੀ ਜਿਹੜੀ ਡਾਂਗ ਆ, ਨਰੈਣੂ ਮਹੰਤ ਦਾ ਤਸ਼ੱਦਦ ਫਿੱਕਾ ਪੈਣਾ ਆ, ਕਿਉਂਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸੋਏ ਹੋਏ। ਜਦੋਂ ਪਾਵਰ ਚ ਆ ਬਿਲਕੁਲ ਕੁੱਟਦੇ ਆ, ਬਿਲਕੁਲ ਲੁੱਟਦੇ ਆ, ਮਾਰਦੇ ਆ, ਸਾੜਦੇ ਆ, ਜੇਲ੍ਹਾਂ ਚ ਭੇਜਦੇ ਆ ਜੀ। ਕਿਹਨਾਂ ਨੂੰ? ਸਿੱਖਾਂ ਸਿੱਖਾਂ। ਇਹ ਰਾਜਨੀਤੀ ਧਰਮ ਨੂੰ ਵਰਤਦੇ ਰਾਜਨੀਤੀ ਬਚਾਉਣ ਵਾਸਤੇ, ਜਦ ਕਿ ਵਰਤਣਾ ਚਾਹੀਦਾ ਸੀਗਾ ਰਾਜਨੀਤੀ ਨੂੰ ਧਰਮ ਬਚਾਉਣ ਵਾਸਤੇ। ਸਾਡੇ ਭਗਤ ਹੈਗੇ ਆ ਕਿ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਭੁੱਲ ਗਿਆ, ਗਲੀਆਂ ਚ ਰੁਲਿਆ ਹੋਇਆ, ਠੀਕ ਆ। ਨੌਜਵਾਨ ਕਿਸ਼ਨ ਭਗਵਾਨ ਸਿੰਘ ਭੁੱਲ ਗਏ, ਕਮਲਜੀਤ ਸਿੰਘ ਸਨਾਮਾ ਭੁੱਲ ਗਿਆ, ਚੌੜ ਸਿੱਧਵਾਂ ਵਾਲਾ ਵੀਰ ਭੁੱਲ ਗਿਆ, ਲੋਹਾਰਾ ਕਾਂਡ ਭੁੱਲ ਗਿਆ, ਨੂਰ ਮਹਿਲੀ ਵਾਲਾ ਕਾਂਡ ਭੁੱਲ ਗਿਆ ਸਾਰਾ ਕੁਝ। ਬਿਲਕੁਲ ਆਪਾਂ ਦੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆਉਣ ਦੇ ਵੀ ਅਸਾਰ ਨੇ ਕਿ ਆ ਸਕਦਾ, ਤੇ ਤੁਸੀਂ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਭਾਈ ਆਪਾਂ ਕਿਸ ਤਰੀਕੇ ਦੇ ਨਾਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਹੱਲ ਕਰੀਏ? ਦੇਖੋ ਅਸੀਂ ਤਾਂ, ਮੈਂ ਹੁਣ ਮੈਨੂੰ ਖਿਮਾ ਕਰਿਓ, ਬੰਦੀ ਸਿੰਘਾਂ ਨੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣਾ ਛੱਡਿਆ ਜੇ। ਬਿਲਕੁਲ ਸਿਆਸਤ ਖੇਡੀ। ਅਸੀਂ ਨਹੀਂ ਚਾਹੁੰਦੇ ਵੀ ਸਾਡੀਆਂ ਉਹ ਮੁਰਗੀਆਂ ਮਰ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਮਤਿ ਵਿਵੇਕ। ਮੈਂ ਹਾਂ ਪ੍ਰਗਟ ਸਿੰਘ ਮੁੱਦਕੀ। ਅੱਜ ਅਸੀਂ ਜਿਹੜੀ ਇਹ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ, ਕੌਮ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਜ਼ਿੰਮੇਵਾਰ ਅਹੁਦੇਦਾਰ, ਮੇਨ ਮੁਖੀ ਭਾਈ ਸੁਖਜੀਤ ਸਿੰਘ ਜੀ ਖੋਸਾ ਜੀ ਦੇ ਨਾਲ ਜਿਹੜਾ ਇਹਨਾਂ ਦਾ ਸੰਘਰਸ਼ ਹੈ ਉਹਦੀ ਗੱਲ ਕਰੀਏ। ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਦੇ ਲਈ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕੀਤਾ। ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਮੜੀਆਂ ਕਬਰਾਂ ਤੇ ਲਿਜਾਣ ਵਾਲਾ ਮਸਲਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਜਿੰਨੀਆਂ ਵੀ ਬੇਅਦਬੀਆਂ ਹੋਣ ਉਹਨਾਂ ਦਾ ਮਸਲਾ ਹੋਵੇ, ਚਾਹੇ 328 ਸਰੂਪਾਂ ਦਾ ਜਿਹੜਾ ਮਸਲਾ ਸ਼੍ਰੋਮਣੀ ਕਮੇਟੀ ਵੱਲੋਂ 328 ਸਰੂਪ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਾਇਬ ਹੀ ਕਰ ਦਿੱਤੇ ਹੈ ਉਹਦਾ ਮਸਲਾ ਹੋਵੇ, ਤੇ ਚਾਹੇ ਸਮੁੱਚੀ ਮਨੁੱਖਤਾ ਦੀ ਸੇਵਾ ਦਾ, ਮਨੁੱਖਤਾ ਦੀ ਭਲਾਈ ਦਾ ਮਸਲਾ ਹੋਵੇ, ਜਿੱਥੇ ਇਹਨਾਂ ਨੇ ਹਰ ਸਮੇਂ ਤੇ ਹਰ ਟਾਈਮ ਤੇ ਸਮੁੱਚੀ ਸਿੱਖ ਕੌਮ ਦੇ ਨਾਲ ਮਨੁੱਖਤਾ ਦੇ ਭਲੇ ਲਈ ਹਿੱਕ ਡਾਹ ਕੇ ਬੇਡਰ ਹੋ ਕੇ, ਬੇਖੌਫ ਹੋ ਕੇ ਇਹ ਖੜ ਜਾਂਦੇ ਨੇ। ਉਹ ਭਾਈ ਸਾਹਿਬ ਜੀ ਨੂੰ ਅੱਜ ਆਪ ਜੀ ਦੇ ਨਾਲ ਮਿਲਾਉਣ ਜਾ ਰਹੇ ਹਾਂ। ਤੇ ਇਹਨਾਂ ਨੇ ਜਿਹੜਾ ਪਿਛਲਾ ਸਮਾਂ ਤਕਰੀਬਨ 18 ਮਹੀਨੇ ਫਰੀਦਕੋਟ ਜੇਲ੍ਹ ਦੇ ਵਿੱਚ ਸਮਾਂ ਕੱਟਿਆ। ਇੱਕ ਤਾਂ ਆਪਾਂ ਗੱਲ ਕਰਾਂਗੇ ਭਾਈ ਸਾਹਿਬ ਦੇ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਇਹ ਕੇਸ ਕਿਉਂ ਪਾਏ ਗਏ ਤੇ ਕਿਵੇਂ ਪਾਏ ਗਏ, ਤੇ ਦੂਸਰੀ ਗੱਲ ਜਿਹੜੀ ਅੱਜ ਆਪਾਂ ਕਰਾਂਗੇ ਭਾਈ ਸਾਹਿਬ ਜੀ ਨਾਲ 328 ਸਰੂਪਾਂ ਦੀ, ਤੇ ਤੀਸਰੀ ਗੱਲ ਇਹ ਹੋਏਗੀ ਆਪਣੀ ਜਿਹੜੀ ਜੇਲ੍ਹਾਂ ਦੇ ਵਿੱਚ ਅੱਜ ਕੀ ਹੋ ਰਿਹਾ, ਕਿੱਦਾਂ ਜੇਲ੍ਹਾਂ ਦੇ ਵਿੱਚ ਨਸ਼ੇ ਵੀ ਚੱਲ ਰਹੇ ਜਿੱਦਾਂ ਆਪਾਂ ਸੁਣਦੇ ਹਾਂ ਆਮ ਤੌਰ ਤੇ, ਜਾਂ ਹਾਲਾਤ ਜੇਲ੍ਹਾਂ ਦੇ ਕਿੱਦਾਂ ਦੇ ਨੇ, ਕਿੱਦਾਂ ਦਾ ਉੱਥੋਂ ਦਾ ਖਾਣ ਪੀਣ ਰਹਿਣ ਸਹਿਣ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਤੇ। ਇਹਨਾਂ ਮਸਲਿਆਂ ਤੇ ਅੱਜ ਆਪਾਂ ਲਗਾਤਾਰ ਭਾਈ ਸਾਹਿਬ ਜੀ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਪਹਿਲਾਂ ਮੇਰਾ ਤਾਂ ਸਵਾਲ ਤੁਹਾਨੂੰ ਇਹੀ ਹੈ, ਜਿਹੜੇ ਪਿਛਲੇ ਸਮੇਂ ਦੌਰਾਨ ਤੁਹਾਡੇ ਤੇ ਜਿਹੜੇ ਸਰਕਾਰ ਨੇ ਕੇਸ ਪਾਏ ਗਏ, ਮੋਸਟਲੀ ਇਹੀ ਕਹਿ ਸਕਦੇ ਹਾਂ ਆਪਾਂ ਨਜਾਇਜ਼ ਕੇਸ ਜਿਹੜੇ ਪਾਏ ਗਏ, ਉਹ ਕਿਉਂ ਤੇ ਕਿਸ ਕਾਰਨ ਕਰਕੇ ਪਾਏ ਗਏ? ਦੇਖੋ ਜੀ, ਸਰਦਾਰ ਪ੍ਰਗਟ ਸਿੰਘ ਜੀ, ਸਤਿਗੁਰੂ ਜੀ ਦਾ ਫਰਮਾਨ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਬਿਲਕੁਲ ਜੀ, ਮੇਰਾ ਕਸੂਰ ਇੰਨਾ ਹੀ ਆ, ਹੋਰ ਕੋਈ ਮੇਰਾ ਕਸੂਰ ਨਹੀਂ ਹੈ। ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਆ ਵੀ ਸਮਾਧਾਂ ਤੇ, ਕਬਰਾਂ ਤੇ, ਖਾਨਗਾਹਾਂ ਤੇ ਪਾਠ ਪ੍ਰਕਾਸ਼ ਨਹੀਂ ਕਰਨੇ ਜਿੱਥੇ ਕੋਈ ਹੋਰ ਪੂਜਾ ਹੁੰਦੀ ਹੋਵੇ। ਬਿਲਕੁਲ ਜੀ। ਜਿਹੜੇ ਹੁਕਮਨਾਮਾ ਜਾਰੀ ਕਰਨ ਵਾਲੇ ਲੋਕ ਆ, ਉਹ ਆਪਣਾ ਹੁਕਮਨਾਮਾ ਜਾਰੀ ਕਰਨ ਤੋਂ ਬਾਅਦ ਸਿਆਸੀ ਲੋਕਾਂ ਦੀ ਸ਼ਰਨ ਥੱਲੇ ਚਲੇ ਜਾਂਦੇ ਆ। ਜੀ ਜੀ। ਤੇ ਜਿਹੜੇ ਮਨਮੱਤੀ ਲੋਕ ਆ, ਜਦੋਂ ਇਹ ਢਿੰਗਾਜੋਰੀ ਕਾਰਵਾਈਆਂ ਕਰਦੇ ਆ ਤੇ ਉਲਟਾ ਵੋਟ ਰਾਜ ਦਾ ਕਰਕੇ ਵੋਟਾਂ ਦੀ ਗਿਣਤੀ, ਵੋਟਾਂ ਦੀ ਸਹਿਮਤੀ ਲੈਣ ਵਾਸਤੇ ਉਹਨਾਂ ਲੋਕਾਂ ਨੂੰ
ਵਿੰਗੇ ਟੇਢੇ ਤਰੀਕੇ ਨਾਲ ਪਾਠ ਕਰਾਉਣ ਦੀ ਸ਼੍ਰੋਮਣੀ ਕਮੇਟੀ ਪ੍ਰਬੰਧ ਜਿਹੜਾ ਇਜਾਜ਼ਤ ਦਿੰਦਾ ਰਹਿੰਦਾ ਜਾਂ ਸਾਨੂੰ ਡਿਸਟਰਬ ਕਰਦਾ। ਸਾਡਾ ਇਹ ਆ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਆਇਆ ਉਹਨੂੰ ਇਲਾਹੀ ਮੰਨ ਕੇ ਤੇ ਅਸੀਂ ਉਹਦੇ ਤੇ ਕਰਦੇ ਹਾਂ ਉਹ। ਲੇਕਿਨ ਜੇ ਹੁਣ ਮੇਰੇ ਤੇ 20 ਪਰਚੇ ਕਹਿ ਲਓ ਹੈਗੇ ਆ, ਉਹਦੇ ਵਿੱਚੋਂ 15 ਪਰਚੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਿਕਾਰ ਨੂੰ ਬਹਾਲ ਕਰਾਉਂਦਿਆਂ ਹੀ ਲੱਗੇ ਆ, ਪਰ ਲੱਗੀਆਂ ਸਾਰੀਆਂ 307, ਕੋਈ 452 ਇਦਾਂ। ਹਾਂਜੀ, ਤੁਹਾਡੇ ਕੋਈ ਨਿੱਜੀ ਪਰਚਾ ਤੁਹਾਡੇ ਜੀਵਨ ਦਾ ਕੋਈ? ਇੱਕ ਵੀ ਨਹੀਂ ਜੀ, ਮੇਰੀ ਨਿੱਜੀ 57 ਵੀ ਨਹੀਂ ਹੈਗੀ ਜੀ। ਓਕੇ ਜੀ, ਓਕੇ ਓਕੇ। ਮੇਰੀ ਕੋਈ ਨਿੱਜੀ 57 ਵੀ ਨਹੀਂ ਹੈਗੀ, ਕਿਉਂਕਿ ਮੈਂ ਇੱਕ ਅਸੀਂ ਆਮ ਕਿਸਾਨ, ਗਰੀਬ ਕਿਸਾਨ ਦਾ ਮੈਂ ਬੇਟਾ ਵਾਂ ਜੀ ਜੀ। ਮੇਰੇ ਪਰਿਵਾਰ, ਮੇਰੇ ਪਿਤਾ ਜੀ ਪਿੰਡ ਦੇ ਨੰਬਰਦਾਰ ਆ, ਉਹ ਬੜੇ ਇੱਕ ਇਨੋਸੈਂਟ ਆਦਮੀ ਆ, ਉਹ ਆਪਣਾ ਸ਼ਰੀਫ ਬੰਦੇ, ਉਹ ਆਪਣਾ ਕੰਮਕਾਰ ਕਿ ਅਸੀਂ ਆਪਦੀ ਜਿੰਨੀ ਰੋਜੀ ਰੋਟੀ, ਸਾਡੇ ਕੋਲ ਕੋਈ ਨਜਾਇਜ਼ ਕੋਈ ਕਿਸੇ ਤਰ੍ਹਾਂ ਦਾ, ਕਿਉਂਕਿ ਲੜਾਈ ਤੇ ਤਾਂ ਨਾ ਜੇ ਕਿਤੇ ਨਜਾਇਜ਼ ਕਬਜ਼ਾ ਕੀਤਾ ਹੋਵੇ ਜਾਂ ਹੋਵੇ, ਅਸੀਂ ਉਹ ਪੰਕਤੀ ਸਾਨੂੰ ਪੂਰੀ ਤਰ੍ਹਾਂ ਮਹਾਰਾਜ ਨੇ ਦ੍ਰਿੜ ਕਰ ਆਈ ਆ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾਮਰਦਾਰ ਨਾ ਖਾਏ। ਇਸ ਕਰਕੇ ਸਾਡੇ ਤੇ ਨਿੱਜ ਦਾ ਕੋਈ ਪਰਚਾ ਨਹੀਂ। ਨਿੱਜ ਦਾ ਨਹੀਂ। ਪਿਛਲੇ ਦਿਨੀ ਜਿਹੜਾ ਫਰੀਦਕੋਟ ਜੇਲ੍ਹ ਦੇ ਅੰਦਰ ਤੁਸੀਂ ਥੋੜੇ ਦਿਨ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਉਨੇ ਹੋ, ਉਹ ਜਿਹੜਾ ਮਸਲਾ ਸੀ ਫਰੀਦਕੋਟ ਜੇਲ੍ਹ ਦੇ ਵਿੱਚ ਰੁਕਣ ਵਾਲਾ, ਉਹ ਕਿਹੜਾ ਮਸਲਾ ਸੀ? ਉਹ ਦੇਖੋ ਜੀ, ਜਿਹੜਾ ਰੌਲਾ ਪੈਂਦਾ ਰਿਹਾ, ਬਹੁਤ ਲੰਬੇ ਸਮੇਂ ਤੋਂ ਰੌਲਾ ਪੈ ਰਿਹਾ ਕਿ ਰੇਤਾ ਮਹਿੰਗੀ ਆ, ਬਜਰੀ ਮਹਿੰਗੀ ਆ ਜੀ, ਮਾਈਨਿੰਗ ਹੋ ਰਹੀ ਆ ਜੀ, ਨਜਾਇਜ਼ ਮਾਈਨਿੰਗ ਹੋ ਰਹੀ, ਜੇ ਉਹ ਇੱਦਾਂ ਦੀਆਂ ਗੱਲਾਂ ਅਸੀਂ ਹਟਾ ਦਿਆਂਗੇ, ਕੋਈ ਕਹਿੰਦਾ ਜੀ 5 ਰੁਪਏ ਕਿਲੋ ਕਰ ਦਿਆਂਗੇ। ਰੇੜਵਾ ਪਿੰਡ ਆ, ਹਾਂਜੀ, ਧਰਮਕੋਟ ਤਹਿਸੀਲ ਦਾ ਪਿੰਡ ਆ, ਧਰਮਕੋਟ ਹੀ ਉਹਨੂੰ ਥਾਣਾ ਪੈਂਦਾ ਹੈਗਾ ਜੀ। ਉੱਥੇ 2 ਪਰਿਵਾਰ ਆਪਦੀ ਰੋਜੀ ਰੋਟੀ ਚਲਾ ਰਿਹਾ ਰੇਤਾ ਵੇਚ ਕੇ ਜੀ ਜੀ। ਜਿਹੜਾ ਕਾਂਗਰਸ ਨਾਲ ਸੰਬੰਧਿਤ ਪਰਿਵਾਰ ਆ ਜੀ ਜੀ, ਉਹ ਮਤਲਬ ਤੇ ਦੂਜੇ ਬਿਲਕੁਲ ਸਿੰਪਲ ਲੋਕ, ਆਮ ਲੋਕ, ਉਹ ਖੱਡਾ ਉਹਨਾਂ ਦਾ ਇੱਕ ਆ, ਉੱਥੋਂ ਉਹਨਾਂ ਦੀ ਰੇਤਾ ਦੀ ਲੜਾਈ ਹੋ ਜਾਂਦੀ ਹੈ ਜੀ, ਉਹਨਾਂ ਦੀ ਗੋਲੀ ਚੱਲ ਜਾਂਦੀ ਹੈ ਜੀ। ਜਿਹੜੀ ਰੈਗੂਲਰ ਪਾਰਟੀ ਉਦੋਂ ਕਾਂਗਰਸ ਸੀ, ਦੂਜੇ ਕਾਂਗਰਸ ਪਾਰਟੀ ਨੂੰ ਨਹੀਂ ਸੀ ਸਮਰਥਨ ਕਰਦੇ, ਦੂਜੇ ਪਾਸੇ ਸੀ ਜੀ। ਉਹ ਜਿਹੜੇ ਕਾਂਗਰਸ ਪਾਰਟੀ ਨੂੰ ਸਮਰਥਨ ਕਰਨ ਵਾਲੇ ਲੋਕ ਆ, ਉਹ ਸੱਤਾ ਦੇ ਨਸ਼ੇ ਵਿੱਚ ਆ ਕੇ ਗੋਲੀਆਂ ਚਲਾ ਦਿੰਦੇ ਆ। ਬਿਲਕੁਲ ਜੀ। ਉਹਨਾਂ ਤੋਂ ਇੱਕ ਮੁੰਡਾ ਜਿਹੜਾ ਹੈਗਾ 22 ਸਾਲ ਦਾ ਨੌਜਵਾਨ, ਜਿਹੜਾ ਹੈਗਾ 22-25 ਸਾਲ ਦਾ ਨੌਜਵਾਨ, ਉਹਦੀ ਮੌਤ ਹੋ ਜਾਂਦੀ ਹੈ ਬਿਲਕੁਲ ਗੋਲੀ ਲੱਗਣ ਨਾਲ। ਐਡਾ ਕੁ ਉਹਦਾ ਬੱਚਾ, ਠੀਕ ਹੈ ਜੀ। ਇੱਕ ਉਹਨਾਂ ਦਾ ਉੱਥੇ ਨੌਜਵਾਨ ਹੋਰ ਸੀ, ਉਹਦੀ ਇੱਥੋਂ ਗੋਡੇ ਦੇ ਥੱਲਿਓਂ ਲੱਤ ਕੱਟੀ ਜਾਂਦੀ ਹੈ ਗੋਲੀ ਵੱਜ ਕੇ। ਪਿਓ ਉਹਨਾਂ ਦੇ ਦੀ ਬਾਂਹ ਫ੍ਰੈਕਚਰ ਹੋ ਜਾਂਦੀ ਹੈ ਗੋਲੀ ਵੱਜ ਕੇ। ਇੱਕੋ ਪਰਿਵਾਰ ਦੇ ਜਿਹੜੇ ਦੀ ਲੱਤ ਕੱਟ ਹੁੰਦੀ ਉਹ ਹੋਰ ਪਰਿਵਾਰ ਆ, ਜਿਹੜਾ ਡੈਥ ਹੋ ਜਾਂਦੀ ਤੇ ਬਾਂਹ ਵਾਲੇ ਉਹ ਦੋਨੇ ਪੇ ਪੁੱਤ ਆ। ਹੁਣ 16 ਦਿਨ ਮੋਗੇ ਦੇ ਲੰਡੇ ਦੇ ਲਾਗੇ ਸ਼ਾਇਦ ਮੋਰਚਰੀ ਹੈਗੀ ਸਰਕਾਰੀ, ਉੱਥੇ ਹਸਪਤਾਲ 'ਚ ਉਹਦੀ ਲਾਸ਼ ਪਈ ਰਹਿੰਦੀ ਹੈ। ਵਜ੍ਹਾ ਕੀ ਆ ਕਿ ਉਹ ਕਹਿੰਦੇ ਕਿ ਦੋਸ਼ੀਆਂ ਨੂੰ ਫੜੋ ਜੀ, ਅਸੀਂ ਸੰਸਕਾਰ ਤਾਂ ਕਰਾਂਗੇ। ਬਿਲਕੁਲ। ਹੁਣ ਫਰਜ਼ ਕੀ ਬਣਦਾ ਸੀਗਾ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਕਿ ਉਹਨਾਂ ਬੰਦਿਆਂ ਨੂੰ ਫੜ ਕੇ ਅੰਦਰ ਕਰ ਦੇ। ਬਿਲਕੁਲ। ਕਿਉਂਕਿ ਕੋਈ ਬੱਕਰੀ ਨਹੀਂ ਮਰੀ, ਕੋਈ ਕੁੱਤਾ ਨਹੀਂ ਮਰਿਆ, ਇਨਸਾਨ ਮਰਿਆ, ਇਨਸਾਨ ਦੀ ਮੌਤ, ਇਨਸਾਨ ਦੇ ਕਤਲ ਹੋਇਆ। ਵੈਸੇ ਤਾਂ ਜਾਨਵਰ ਦਾ ਵੀ ਕਤਲ ਹੋਣਾ ਮਾੜਾ, ਬਿਲਕੁਲ, ਪਰੰਤੂ ਨਹੀਂ ਫੜਦੇ ਜੀ। ਮੇਰਾ ਉਹਨਾਂ ਦਿਨਾਂ 'ਚ 328 ਸਰੂਪ ਵਾਲਾ ਆਪਣਾ ਸੰਘਰਸ਼ ਚੱਲ ਹੀ ਰਿਹਾ ਸੀ। ਚਲੋ ਉਦੋਂ ਨੂੰ ਇਹਨਾਂ ਨੇ ਜਿਹੜੀ ਉਹ ਟਾਸਕ ਫੋਰਸ ਦੇ ਡੰਡਾ ਤਸ਼ੱਦਦ ਹੋਣ ਆਉਣ ਨਾਲ ਸਾਰਾ ਕੁਝ ਡਿਸਟਰਬ ਹੋ ਗਿਆ ਜੀ, ਸਿੰਘ ਸਾਰੇ ਖਦੇੜ ਦਿੱਤੇ ਗਏ। ਮੈਨੂੰ ਇੱਧਰ ਇੱਕ ਫੋਨ ਜਾਂਦਾ ਕਿ ਸਾਡੇ ਨਾਲ ਵੀ ਵਧੀਕੀ ਹੋਈ ਆ, ਤੁਸੀਂ ਗਰੀਬਾਂ ਨਾਲ ਖੜਦੇ ਹੋ ਤੇ ਸਾਡੇ ਵੀ ਇੱਥੇ ਸਾਡਾ ਬੁਰਾ ਹਾਲ ਆ। ਮੈਂ 10 ਵਜੇ ਇੱਥੇ ਪਹੁੰਚਦਾ, ਮੈਂ ਮੁਨਸ਼ੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਮੁਨਸ਼ੀ ਸਾਹਿਬ ਇੱਦਾਂ ਕਰਕੇ ਨੌਜਵਾਨ ਦਾ ਕਤਲ ਹੋ ਗਿਆ ਤੇ ਤੁਸੀਂ ਇਹ ਕਾਈਂਡਲੀ ਇਹਦੇ ਤੇ ਦੇਖੋ, ਬੰਦਿਆਂ ਨੂੰ ਅਰੈਸਟ ਕਰਨ ਦੀ ਗੱਲ। ਕਹਿੰਦਾ ਜੀ ਮੈਨੂੰ ਪਤਾ ਹੀ ਕੁਛ ਨਹੀਂ, ਹੈ ਸੀਏ ਸਟਾਫ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖੋ ਜੀ ਵੀ ਅਸੀਂ ਤੁਹਾਨੂੰ ਕਹਿਣਾ, ਅਸੀਂ ਹੋਰ ਕਿਹਨੂੰ ਕਹਿਣਾ, ਅਸੀਂ ਤੁਹਾਨੂੰ 12 ਵਜੇ ਦਾ ਸਮਾਂ ਦਿੰਦੇ, ਤੁਸੀਂ ਕਰੋ। ਅਸੀਂ 12 ਵਜੇ ਦੀ ਬਜਾਏ 1:30 ਵਜੇ ਆਉਨੇ ਆ, ਆਣ ਕੇ ਦੇਖਦੇ ਕੋਈ ਨਹੀਂ, ਅਸੀਂ ਧਰਨਾ ਥਾਣੇ ਦੇ ਗੇਟ ਮੂਹਰੇ ਧਰਨਾ ਲਾਉਨੇ ਆ, ਜੋ ਸਾਡਾ ਰਾਈਟ ਹੈ, ਲੀਗਲ ਹੈ, ਕੋਈ ਦੂਜੀ ਗੱਲ ਨਹੀਂ, ਕਿਉਂਕਿ ਸੰਵਿਧਾਨ ਵਿੱਚ ਵੀ ਹੈਗਾ ਵੀ ਹਰ ਕੋਈ ਧਰਨਾ ਪ੍ਰਦਰਸ਼ਨ ਕਰ ਸਕਦਾ। 4 ਵਜੇ ਤੱਕ 4:30 ਵਜੇ ਸਾਨੂੰ ਕੋਈ ਪੁੱਛਣ ਹੀ ਨਹੀਂ ਆਉਂਦਾ ਵੀ ਤੁਸੀਂ ਕਿਉਂ ਆਏ, ਕਿਵੇਂ ਬੈਠੇ। ਪ੍ਰਸ਼ਾਸਨ ਨੇ ਪੁੱਛਿਆ ਕੁਛ ਨਹੀਂ। ਸਤਨਾਮ ਵਾਹਿਗੁਰੂ ਦਾ ਉੱਥੇ ਜਾਪ ਕਰੀ ਜਾਂਦੇ, ਉੱਥੇ ਬੈਠੇ ਹੋਏ ਆਰਾਮ ਨਾਲ। ਇੱਕ ਪੋਸਟਰ ਲਿਖ ਕੇ ਹੱਥ ਨਾਲ ਪੈਨ ਤੇ ਲਾਤਾ ਵੀ ਜਿਹੜੇ ਕਾਤਲਾਂ ਦਾ ਸਾਥ ਦੇਣ ਵਾਲੀ ਪੁਲਿਸ ਮੁਰਦਾਬਾਦ। ਇੰਨਾ ਹੀ, ਹੋਰ ਕੁਝ ਨਹੀਂ। ਤੇ 4:30 ਤੋਂ ਮਗਰੋਂ ਡੀਐਸਪੀ ਆਉਂਦਾ, ਹਾਂਜੀ, ਸੁਬੇਗ ਸਿੰਘ ਜੀ ਜੀ। ਕਹਿੰਦਾ ਜੀ ਹਾਂਜੀ ਦੱਸੋ ਕੀ ਤਕਲੀਫ ਹੈ। ਹਾਂਜੀ। ਮੈਂ ਕਿਹਾ ਜੀ ਵੀ ਤੁਹਾਡੀ ਜਿਹੜੀ ਟਾਕਿੰਗ, ਤੁਹਾਡੀ ਜਿਹੜੀ ਇਹ ਲੂਜ਼ ਟਾਕਿੰਗ ਆ, ਸਾਨੂੰ ਬਰਦਾਸ਼ਤ ਨਹੀਂ। ਤਕਲੀਫ ਸਾਨੂੰ ਕੋਈ ਨਹੀਂ, ਤਕਲੀਫ ਤੇ ਸਗੋਂ ਤੁਹਾਨੂੰ ਹੈ ਵੀ ਤੁਸੀਂ ਦੱਸੋ ਤੁਹਾਨੂੰ ਕੀ ਤਕਲੀਫ ਆ, ਤੁਸੀਂ ਮੁਲਜ਼ਮ ਨਹੀਂ ਫੜਦੇ। ਕਹਿੰਦਾ ਜੀ ਸਾਨੂੰ ਦੱਸੋ ਬੰਦੇ ਹੈ ਕਿੱਥੇ ਆ। ਮੈਂ ਕਿਹਾ ਜੀ ਤੁਹਾਡਾ ਜਿਹੜਾ ਗੱਲ ਕਰਨ ਦਾ
ਤਰੀਕਾ ਗਲਤ ਆ ਜੀ। ਤੁਸੀਂ ਬੰਦੇ ਅਸੀਂ ਜੇ ਦੱਸਣਾ ਹੁੰਦਾ, ਜੇ ਸਾਨੂੰ ਪਤਾ ਹੁੰਦਾ ਫਿਰ ਅਸੀਂ ਫੜ ਕੇ ਤੁਹਾਨੂੰ ਫੜਾ ਨਾ ਦਿੰਦੇ ਲੈਣ ਕੇ। ਉਹ ਤਾਂ ਤੁਹਾਡਾ ਹੱਕ ਹੀ ਤੁਹਾਡਾ। ਚਲੋ ਜੀ, ਕਰਦਿਆਂ ਸ਼ਾਮ ਇੰਨੀ ਗੱਲ ਹੋਣ ਤੋਂ ਬਾਅਦ ਨਿਕਲ ਜਾਂਦੀ, ਸਾਰਾ ਮੀਡੀਆ ਵੀ ਉੱਥੇ ਸੀ। ਅਸੀਂ ਇਹ ਬਣਾਇਆ ਵੀ ਚਲੋ ਇਹਨਾਂ ਤੇ ਦਬਾਅ ਬਣਾਇਆ ਜਾਵੇ ਤੇ ਇਹ ਜਿਹੜਾ ਨੌਜਵਾਨ ਦਾ ਨਾ ਸੰਸਕਾਰ ਹੀ ਥਾਣੇ ਮੂਹਰੇ ਕਰ ਦਈਏ, ਇਹ ਸਿਸਟਮ ਦਾ ਹੀ ਸੰਸਕਾਰ ਕਰ ਦਈਏ ਵੀ ਇਹਨਾਂ ਨੇ ਫੜਨਾ ਫੁੜਨਾ ਹੈ ਨਹੀਂ। ਅਸੀਂ ਲੱਕੜਾਂ ਵਗੈਰਾ ਮੰਗਾ ਲੀਆਂ ਜੀ, ਉੱਥੇ ਥਾਣੇ ਦੇ ਮੂਹਰੇ ਉਹ ਰੱਖ ਲੀਆਂ। ਹਾਂਜੀ, ਚਲੋ ਉਹ ਹੋ ਗਿਆ ਸਾਰਾ ਕੁਝ। ਫਿਰ ਕੀ ਹੋਇਆ, ਪੁਲਿਸ ਫਿਰ ਪੁੱਠੀ ਨੀਤੀ ਤੇ ਇਹਨਾਂ ਨੇ ਫੋਨ ਕਰਤਾ, ਮੋਰਚਰੀ ਵਿੱਚੋਂ ਲਾਸ਼ ਕਹਿੰਦੇ ਨਾ ਦਿਓ ਇਹਨਾਂ ਨੂੰ। ਜੀ ਜੀ, ਲਾਸ਼ ਨਾ ਦਿੱਤੀ। ਚਲੋ ਕਰਦਿਆਂ ਹਨੇਰਾ ਹੋ ਗਿਆ। ਹਨੇਰਾ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਸਾਡੇ ਤੇ ਲਾਠੀ ਚਾਰਜ ਕਰਤਾ। ਪਿੰਡ ਵਾਲੇ ਡਰਦੇ ਮਾਰੇ ਭੱਜ ਗਏ। ਲਾਠੀ ਚਾਰਜ ਕਰਕੇ ਮੇਰੇ ਤੇ ਹੀ 307 ਲਾਤੀ। ਮੈਂ ਬੰਦਿਆਂ ਨੂੰ ਫੜਵਾਉਣ ਵਾਸਤੇ ਉੱਥੇ ਗਿਆ ਸੀ ਵੀ ਮੁਲਜ਼ਮ ਫੜੋ, ਮਤਲਬ ਕਿ ਕੇਸ ਹੀ ਤੁਹਾਡੇ ਤੇ ਪਾਤਾ। ਉਲਟਾ ਮੈਨੂੰ ਮੁਲਜ਼ਮ ਬਣਾ ਕੇ, ਦੋਸ਼ੀ ਬਣਾ ਕੇ ਤੇ ਜੇਲ੍ਹ 'ਚ ਧੱਕਤਾ। ਮੰਨ ਲਓ ਜਿਹੜੀ ਇਹ ਵੱਡੀ ਬੇਇਨਸਾਫੀ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੀਤੀ ਹੈ, ਮੰਨ ਲਓ ਤੁਸੀਂ ਹੱਕ ਦਿਵਾਉਣ ਗਏ ਆ। ਬਿਲਕੁਲ ਹੱਕ ਦਿਵਾਉਣ ਗਏ ਕਿਸੇ ਪਰਿਵਾਰ ਦਾ, ਉਹ ਹੱਕ ਤੋਂ ਹੀ ਉਲਟਾ ਕਰਤਾ। ਉਹਦੇ ਵਿੱਚ ਗੱਲ ਇਹ ਆ ਜੀ ਵੀ ਜਦੋਂ ਉਹ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਉਹਦੇ ਵਿੱਚ ਮੌਜੂਦਾ ਵਿਧਾਇਕ ਵੀ ਜਿਹੜਾ ਉਹ ਵੀ ਸ਼ੱਕੀ ਹੁੰਦਾ ਸੀ, ਐਸਐਸਪੀ ਸ਼ੱਕੀ ਹੁੰਦਾ ਸੀ, ਡੀਐਸਪੀ ਸ਼ੱਕੀ ਹੁੰਦਾ ਸੀ, ਸਾਰਾ ਪ੍ਰਸ਼ਾਸਨ ਪ੍ਰਣਾਲੀ ਸ਼ੱਕੀ। ਮਤਲਬ ਰੇਤਾ ਦੇ ਮਾਮਲੇ 2 ਨੰਬਰ 'ਚ ਕਰ ਰਹੇ ਸੀ ਤੇ ਉਹ ਸਾਰੇ ਰਲੀ ਮਿਲੀ ਭੁਗਤਣਾ। ਰਲੀ ਮਿਲੀ ਭੁਗਤਣਾ, ਕਿਉਂਕਿ ਹੁਣ ਜਿਹਦੀ ਲਾਠੀ ਉਹਦੀ ਬਹਿਸ। ਬਿਲਕੁਲ। ਤੇ ਉਹ ਫਿਰ ਮੈਨੂੰ ਜੀ ਉਹਦੇ ਵਿੱਚ 307 ਦਾ ਪਰਚਾ ਪਾ ਕੇ ਤੇ ਇਹਨਾਂ ਨੇ ਜੇਲ੍ਹ ਵਿੱਚ ਭੇਜਤਾ। ਫਿਰ ਹੋਰ ਗੱਲ ਹੈ ਵੀ ਨਾਲ ਅਸੀਂ 5 ਸਿੰਘ ਗਏ ਆ ਜੀ, 3 ਸਿੰਘਾਂ ਦੀ 4 ਦੀ ਜ਼ਮਾਨਤ ਜਿਹੜੀ ਆ 3 ਮਹੀਨੇ ਦੇ ਅੰਦਰ ਹੋ ਜਾਂਦੀ ਹੈ। ਓਕੇ ਜੀ। ਤੇ ਫਿਰ ਮੇਰੀ ਜ਼ਮਾਨਤ ਵਾਰੀ ਤਾਂ ਫਿਰ ਕਾਰਨ ਕੀ ਉਸ ਚੀਜ਼ ਦਾ? ਕਾਰਨ ਕੀ ਜੀ, ਮੈਨੂੰ ਪਰਚਿਆਂ ਦੀ ਲਿਸਟ ਲਾਤੀ ਨਾਲ। ਤੇ ਸੈਸ਼ਨ ਜੱਜ ਨੇ ਮੈਨੂੰ ਕਹਿ ਦਿੱਤਾ ਵੀ ਹੈਬਚੁਅਲ ਆ, ਇਹ ਆਦਤੀ ਮੁਜਰਮ ਆ। ਲੋਕਾਂ ਲਈ ਖੜਨ ਵਾਲੇ ਲੋਕ ਆਦਤੀ ਮੁਜਰਮ ਆ ਜੀ ਇਹਨਾਂ ਦੀ ਨਿਗਾਹ 'ਚ। ਇੱਥੇ ਇੱਕ ਗੱਲ ਇਹ ਸਾਬਤ ਹੁੰਦੀ ਆ ਕਿ ਜੇ ਅਸੀਂ ਆਪਣੀ ਸਮਾਜ ਵਿੱਚ ਰਹਿੰਦਿਆਂ ਹੋਇਆਂ ਕਿਸੇ ਗਰੀਬ ਦਾ ਜਾਂ ਕਿਸੇ ਦਾ ਮਤਲਬ ਕਿ ਇਨਸਾਨੀਅਤ ਤੌਰ ਤੇ ਸਾਥ ਦਿੰਨੇ ਆ, ਤੇ ਉਹ ਇੱਕ ਆਪਣੇ ਲਈ ਕਹਿ ਲਓ ਕਿ ਆਪਦੇ ਆਪ ਤੇ ਪਰਚਾ ਪਵਾ ਕੇ ਤੇ ਜੇਲ੍ਹ 'ਚ ਰੱਖਣ ਵਾਲੀ ਗੱਲ ਬਣ ਜਾਂਦੀ ਹੈ ਕਿ ਸਾਡੇ ਹਾਲਾਤ ਇੱਥੋਂ ਤੱਕ ਮਾੜੇ ਹੋ ਗਏ। ਪੰਜਾਬ ਦੇ ਹਾਲਾਤ ਜਾਂ ਪਿਛਲੀਆਂ ਸਰਕਾਰ, ਇਹ ਪਿਛਲੀ ਸਰਕਾਰ ਦਾ ਦੌਰ, ਕਾਂਗਰਸ ਸਰਕਾਰ ਵੇਲੇ ਦਾ ਜੋ ਹੋਇਆ ਵਾ, ਕਿ ਇੰਨੇ ਕੁ ਹਾਲਾਤ ਮਾੜੇ ਹੋ ਚੁੱਕੇ ਸੀ। ਜੇ ਆਪਾਂ ਕਿਸੇ ਦਾ ਸਾਥ ਦਿੰਨੇ ਆ, ਉਹਦਾ ਮਤਲਬ ਇਹ ਆ ਕਿ ਆਪਣੇ ਆਪ ਨੂੰ ਖਤਮ ਕਰ ਲਓ ਜਾਂ ਆਪਣੇ ਆਪ ਤੇ ਪਰਚਾ ਪਵਾ ਕੇ ਜੇਲ੍ਹ 'ਚ ਬਹਿ ਜਾਓ। ਇਦਾਂ ਦੇ ਹਾਲਾਤ ਜਿਹੜੇ ਆਪਣੇ ਸਮਾਜ ਦੇ ਇਹਨਾਂ ਨੇ ਬਣਾ ਦਿੱਤੇ ਸੀ। ਉੱਥੋਂ ਜੀ ਦੇਖੋ, ਮੈਂ ਤੁਹਾਡੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਉਹਨਾਂ ਦਿਨਾਂ 'ਚ ਮੈਂ ਜੇਲ੍ਹ 'ਚ ਇੱਕ ਘਟਨਾ ਵਾਪਰੀ ਹੈ ਮੇਰੇ ਜੇਲ੍ਹ ਜਾਣ ਤੋਂ ਮਗਰੋਂ। ਹਾਂਜੀ, ਉਹ ਵਾਪਰੀ ਆ ਜੀ ਉੱਥੇ ਲਖੀਮਪੁਰ। ਜੀ, ਉੱਥੇ ਉਹ ਨੌਜਵਾਨਾਂ ਦੇ ਉੱਤੇ ਉਹ ਲਖੀਮਪੁਰ ਖੀਰੀ ਜਿਹੜਾ ਕਿਸਾਨਾਂ ਨਾਲ ਹੋਇਆ ਜੋ। ਹਾਂ, ਉੱਥੇ ਘਟਨਾ ਵਾਪਰਦੀ ਹੈ ਤੇ 2-4-5 ਨੌਜਵਾਨ ਜਿਹੜੇ ਜਾਂ ਬਜ਼ੁਰਗ ਵਿੱਚ ਸਾਰੇ ਉਹ ਜੀ ਉੱਤੇ ਗੱਡੀ ਚੜਾ ਦਿੰਦੇ ਆ, ਘਾਟ ਉਤਾਰ ਦਿੱਤੇ। ਹਾਂਜੀ। ਉੱਥੇ ਸਾਡੀ ਜਿਹੜੀ ਪਾਰਟੀ ਦੇ ਕੁਝ ਵੱਡੇ ਆਗੂ, ਕਾਂਗਰਸ ਪਾਰਟੀ ਦੇ, ਸਾਡੇ ਪੰਜਾਬ 'ਚ ਵੀ ਉਹ ਪਾਰਟੀ ਹੈਗੀ ਆ, ਪ੍ਰਿੰਕਾ ਗਾਂਧੀ ਵਗੈਰਾ। ਉੱਥੇ ਇਨਸਾਫ ਲਈ ਗਏ ਸੀ। ਇਹ ਇਨਸਾਫ ਲਈ ਜਾਂਦੇ ਆ ਤੇ ਮੈਂ ਉੱਥੇ ਹੈਰਾਨ ਹੁੰਨਾ ਵਾਂ ਕਿ ਕਤਲ ਹੀ ਉਹ ਹੋਇਆ ਤੇ ਕਤਲ ਹੀ ਧਰਮਕੋਟ 'ਚ ਹੋਇਆ। ਇੱਥੇ ਇਹ ਮਗਰਮੱਛ ਦੇ ਹੰਝੂ ਹੋਣ ਨੂੰ ਜਾਂਦੇ। ਮੈਨੂੰ 18 ਮਹੀਨੇ ਹੋ ਗਏ, 19 ਮਹੀਨੇ ਬੈਠੇ ਨੂੰ, ਮੈਨੂੰ ਕੋਈ ਪੁੱਛਣ ਨਹੀਂ ਰਿਹਾ। ਉਹ ਤਾਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ, ਮਤਲਬ ਜਦੋਂ ਇਹਨਾਂ ਦਾ ਸਿਆਸੀ ਲਾਹਾ ਹੁੰਦਾ ਵਾ, ਉਦੋਂ ਇਹਨਾਂ ਦੇ ਜਿਹੜੇ ਹਰ ਇੱਕ ਕੇਸ ਨੂੰ ਵੇਖਣ ਦੇ ਨਜ਼ਰੀਏ, ਇਹਨਾਂ ਦੀ ਨਿਗਾਹ ਬਦਲ ਜਾਂਦੀ। ਬਿਲਕੁਲ ਕਿ ਇਹ ਜਿੱਥੇ ਇਹਨਾਂ ਦੀਆਂ ਸਿਆਸੀ ਰੋਟੀਆਂ ਸੇਕ ਹੁੰਦੀਆਂ, ਉੱਥੇ ਇਹ ਆਪਣਾ ਪੁਆਇੰਟ ਆਫ ਵਿਊ ਬਦਲ ਲੈਂਦੇ ਆ, ਉੱਥੇ ਇਹ ਹੋਰ ਨਿਗਾਹ ਨਾਲ ਦੇਖਦੇ। ਬਿਲਕੁਲ ਜੀ। ਇੱਕ ਜਿਹੜਾ 328 ਸਰੂਪਾਂ ਦਾ ਜਿਹੜਾ ਮਸਲਾ, ਆਪਾਂ ਨੂੰ ਪਤਾ ਕਿ ਸ਼੍ਰੋਮਣੀ ਕਮੇਟੀ ਨੇ 328 ਸਰੂਪ ਗਾਇਬ ਵੀ ਕਰ ਦਿੱਤੇ ਆ। ਜੀ। ਉਹਨਾਂ ਦੇ ਇਨਸਾਫ ਲਈ ਤੁਸੀਂ ਲੰਮਾ ਸਮਾਂ ਦਰਬਾਰ ਸਾਹਿਬ ਅੰਮ੍ਰਿਤਸਰ ਧਰਨੇ ਤੇ ਬੈਠੇ ਰਹੇ ਹੋ, ਤੁਹਾਡੇ ਨਾਲ ਹੋਰ ਜਥੇਬੰਦੀਆਂ ਨੇ ਬੜਾ ਸਾਥ ਦਿੱਤਾ। ਜਦੋਂ ਟਾਸਕ ਫੋਰਸ ਨੇ ਮੰਨ ਲਓ ਕੀਤਾ, ਉਸ ਟਾਈਮ ਤੇ ਤੁਹਾਡੇ ਤੇ ਕਿਹੜਾ ਪਰਚਾ ਪਾਇਆ ਗਿਆ ਸੀ? ਆਪਣੇ ਮੰਜੀ ਸਾਹਿਬ ਤੇ ਅਰਦਾਸ ਕੀਤੀ ਸੀ। ਉਦੋਂ ਦਾ ਮੌਕੇ ਦਾ ਗੋਬਿੰਦ ਸਿੰਘ ਲੌਂਗੋਵਾਲ ਜਿਹੜਾ ਸੀਗਾ ਪ੍ਰਧਾਨ, ਉਹ ਕਹਿੰਦਾ ਸੀ ਮੈਂ ਸ਼ਰਾਰਤੀ ਅਰਸਾਂ ਨੂੰ ਇੱਥੇ ਵੜਨ ਹੀ ਨਹੀਂ ਦੇਣਾ। ਚਲੋ ਗੁਰੂ ਨੇ ਕਿਰਪਾ ਕੀਤੀ, ਅਸੀਂ ਉੱਥੇ ਗਏ, ਸਾਰਾ ਕੁਝ ਹੋਇਆ। 40 ਦਿਨ ਪੀਸਫੁਲ ਸਾਰਾ ਕੁਝ ਚੱਲਦਾ ਰਿਹਾ। ਬਿਲਕੁਲ। 41ਵੇਂ ਦਿਨ ਇਹਨਾਂ ਨੂੰ ਹੋ ਗਿਆ ਸੀਗਾ ਕਿ ਸਾਡੀ ਤੇ ਹੁਣ ਬਹੁਤ ਜ਼ਿਆਦਾ, ਜਿੱਦਾਂ ਪੰਜਾਬੀ ਮਲਵਈ ਭਾਸ਼ਾ 'ਚ ਲਾਈ ਲੱਥੀ ਹੋ ਰਹੀ ਹੈ ਵੀ ਸਾਡੇ ਪੱਲੇ ਹੀ ਕੁਝ ਨਹੀਂ ਰਹਿ ਰਿਹਾ।
ਪਤਾ ਇਹਨਾਂ ਨੂੰ ਸਭ ਕੁਝ ਸੀ ਜੀ। ਤੇ ਇਹਨਾਂ ਨੇ ਫਿਰ ਉਹ ਜਿਹੜਾ ਸਾਰਾ ਜਿਹੜਾ ਉਹ ਤਸ਼ੱਦਦ ਦਾ ਦੌਰ ਵਰਤਾਇਆ, ਸਾਰੇ ਸਿੰਘਾਂ ਨੂੰ, ਬੀਬੀਆਂ ਨੂੰ, ਭੈਣਾਂ ਨੂੰ, ਉਹ ਦੇਖਿਆ ਹੀ ਸਾਰਿਆਂ ਨੇ ਦੇਖਿਆ। ਉਦੋਂ ਪਹਿਲਾਂ ਜਿਹੜੇ ਉੱਥੇ ਇੱਕ ਸਬ ਜੇਲ੍ਹ ਬਣਾਈ ਪਹਿਲਾਂ ਜੀ, ਮਤਲਬ ਟੀਨਾ ਵਗੈਰਾ ਲਾ ਕੇ ਹਾਂਜੀ ਹਾਂਜੀ ਗੁਰੂ ਬੰਦ ਘਰ ਦਾ ਕਰਤਾ ਸੀ ਜਿਹੜਾ ਸਾਰਾ ਜੂਨ 84 ਚ ਵੀ ਨਹੀਂ ਸੀ ਹੋਇਆ, ਉਹ ਸਾਰੀਆਂ ਸੰਗਤਾਂ ਨੇ ਵੇਖਿਆ। ਬਿਲਕੁਲ ਹਾਂਜੀ, ਸਾਰਾ ਇੱਕ ਸਬ ਜੇਲ੍ਹ ਬਣਾਤੀ। ਜਦੋਂ ਸੰਗਤਾਂ ਦਾ ਵਿਰੋਧ ਹੋਇਆ ਫਿਰ ਉਹਨੂੰ ਤੋੜਨਾ ਪਿਆ। ਫਿਰ ਜਿਹੜੇ ਬਾਹਰ ਸਿੰਘ ਸਾਡੇ ਕੋਲ ਆਉਣਾ ਚਾਹੁੰਦੇ ਸੀ, ਜਦੋਂ ਅਸੀਂ ਉਹਦੇ ਵਿੱਚ ਸਬ ਜੇਲ੍ਹ ਦੇ ਵਿੱਚ ਅੰਦਰ ਸੀ, ਤੇ ਉਹਨਾਂ ਤੇ ਵੀ ਮਾਰਪੀਟ ਕਰਦੇ ਰਹੇ, ਉਹਨਾਂ ਦੀਆਂ ਦਸਤਾਰਾਂ ਰੋੜੀਆਂ, ਭਾਵ ਕਿ ਜਿਹੜੇ ਜ਼ੁਲਮ ਦੀ ਹਰ ਹੱਦ ਪਾਰ ਕੀਤੀ ਜੀ। ਪਰ 328 ਸਰੂਪ ਬਾਰੇ ਦੱਸਿਆ ਨਹੀਂ ਹਜੇ ਤੱਕ, ਦੱਸਿਆ ਵੀ ਕਿੱਥੇ ਨੇ। ਹੁਣ ਉਹ 328 ਸਰੂਪਾਂ ਦਾ ਜਿਹੜਾ ਉਸ ਟਾਈਮ ਤੇ ਤਾਂ ਚਲੋ ਪਰਚਾ ਕਰਤਾ, ਜੇਲ੍ਹ 'ਚ ਭੇਜਤਾ, ਸਭ ਕੁਝ ਹੋ ਗਿਆ। ਹੁਣ ਅਗਲੀ ਆਪਣੀ ਕਿੱਦਾਂ ਦੀ ਪਲੈਨਿੰਗ ਹੈਗੀ ਉਹਦੇ? ਦੇਖੋ, ਪਹਿਲਾਂ ਆਪਾਂ ਉਹਨੂੰ ਥੋੜਾ ਖੋਲ ਲਈਏ। ਹੁਣ 328 ਸਰੂਪਾਂ ਦਾ ਪਰਚਾ ਬਣਦਾ ਕਿਹਨਾਂ ਤੇ ਸੀ? ਜੀ, ਜਿਨ੍ਹਾਂ ਨੇ ਉਹ ਗਾਇਬ ਕੀਤਾ। ਕਿਉਂਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਰਿਪੋਰਟ ਜਨਤਕ ਹੁੰਦੀ ਆ, ਜਿਹੜੀ ਰਿਪੋਰਟ ਬਣ ਕੇ ਆਉਂਦੀ ਆ, ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੇ 328 ਸਰੂਪ ਆ ਰਿਕਾਰਡ ਵਿੱਚੋਂ ਗਾਇਬ ਆ, ਇਹਨਾਂ ਦੀ ਪੁੱਛ ਪੜਤਾਲ ਕੀਤੀ ਜਾਵੇ। ਉਹਨਾਂ ਦੇ ਉਹਦੇ ਬਿਹੇਵ ਦੇ ਉੱਤੇ ਉਦੋਂ ਦੇ ਪ੍ਰਧਾਨ ਜਿਹੜੇ ਹੈਗੇ ਉਹ ਕਹਿੰਦੇ ਜੀ ਅਸੀਂ ਫੌਜਦਾਰੀ ਮੁਕੱਦਮਾ ਕਰਾਂਗੇ। ਫੌਜਦਾਰੀ ਮੁਕੱਦਮਾ ਤੁਹਾਨੂੰ ਪਤਾ ਹੀ ਆ ਵੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਧਾਰਾਵਾਂ ਲੱਗਦੀਆਂ, ਸਾਰੇ ਜਾਣਦੇ। ਅੱਜ ਕੱਲ੍ਹ ਕੋਈ ਲੁਕੀ ਛਿਪੀ ਗੱਲ ਨਹੀਂ, ਪਰੰਤੂ ਪਤਾ ਨਹੀਂ ਕਿਹੜਾ ਦਬਾਅ ਪੈਂਦਾ, ਕੀ ਹੁੰਦਾ। ਚੌਥੇ ਦਿਨ ਸਟੇਟਮੈਂਟ ਬਦਲ ਦਿੰਦੇ ਆ ਜੀ, ਖਾਲਸਾ ਪੰਥ ਆਪ ਕਾਰਵਾਈ ਕਰਨ ਵਿੱਚ ਸક્ષਮ ਆ। ਹੁਣ ਪਿੱਛੋਂ ਜਿਨ੍ਹਾਂ ਨੇ ਗਵਾਏ ਆ, ਜਿਹੜੇ ਪਰਿਵਾਰ ਦੇ ਇਸ਼ਾਰੇ ਤੇ ਸਾਰਾ ਕੁਝ ਹੁੰਦਾ, ਉਹਨਾਂ ਨੇ ਕੁੰਡੀ ਮਰੋੜ ਦਿੱਤੀ ਤੇ ਚੁੱਪ ਕਰ ਗਏ। ਹੁਣ 41ਵੇਂ ਦਿਨ ਜਦੋਂ ਕੁੱਟਮਾਰ ਕਰ ਲੈਂਦੇ ਆ, ਸਭ ਕੁਝ ਕਰ ਲੈਂਦੇ ਆ ਸਿੰਘਾਂ ਨਾਲ, ਸਾਰਾ ਕੁਝ ਕਰਕੇ ਫਿਰ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ ਵਾਲੀ ਗੱਲ, ਜਾਂ ਨਾਲੇ ਕੁੱਟਣਾ ਨਾਲੇ ਰੋਣ ਨਹੀਂ ਦੇਣਾ। ਮੁੜ ਕੇ ਸਾਡੇ ਦੇ ਉੱਤੇ ਪਰਚਾ ਵੀ ਕਰ ਦਿੰਦੇ ਆ। ਪਰਚਾ ਕਾਹਦਾ ਕਰਦੇ ਆ? ਵੀ ਸੁਰਜੀਤ ਸਿੰਘ ਖੋਸੇ ਨੇ ਸਾਡੀ ਗੱਡੀ ਭੰਤੀ ਜੀ, ਸੁਰਜੀਤ ਸਿੰਘ ਖੋਸੇ ਨੇ ਸਾਡੇ ਤੇ ਹਮਲਾ ਕਰਤਾ ਜੀ। ਉਹ ਭਲਿਓ ਮਾਨਸੋ, ਤੁਸੀਂ ਤਾਂ ਸਾਰਾ ਦੁਨੀਆ ਜਾਣਦੀ ਆ ਵੀ ਤੁਸੀਂ ਮੈਨੂੰ 11 ਵਜੇ ਉੱਥੇ ਧੂ ਕੇ ਲੈ ਗਏ ਆ। ਤੁਸੀਂ ਤਾਂ ਉੱਥੇ ਮੀਡੀਆ ਵਾਲਿਆਂ ਨੂੰ ਨਹੀਂ ਬਖਸ਼ਿਆ, ਬਜ਼ੁਰਗਾਂ ਨੂੰ ਨਹੀਂ ਬਖਸ਼ਿਆ। ਤੁਸੀਂ 1000 ਬੰਦਾ ਇਕੱਠਾ ਹੋਇਆ ਸੀ, ਜਿਹੜੇ ਮੋਰਚੇ ਵਾਲੇ 20-25 ਸਿੰਘ ਸੀਗੇ, 20-25 ਦਾ ਤੇ 1000 ਦਾ ਕੀ ਉੱਥੇ ਮੁਕਾਬਲਾ ਸੀ। ਫੇਰ ਅਸੀਂ ਅਰਦਾਸ ਕਰਕੇ ਬੈਠੇ ਸੀ, ਅਸੀਂ ਮਿੱਟੀ ਦੀ ਡਲੀ ਨਹੀਂ ਮਾਰਨੀ, ਨਾ ਅਸੀਂ ਮਾਰੀ ਆ। ਤੁਹਾਡਾ ਤਸ਼ੱਦਦ ਸਹਿਆ ਵਾ, ਅਸੀਂ ਗੁਰੂ ਸਾਹਿਬ ਦੇ ਸਤਿਕਾਰ ਬਦਲੇ ਤੁਹਾਡਾ ਤਸ਼ੱਦਦ ਸਹਿਆ ਵਾ, ਸਾਨੂੰ ਕੋਈ ਨਹੀਂ। ਪਰੰਤੂ ਫੇਰ ਤੁਸੀਂ ਵੀ ਇਤੀ ਮਾਰ ਪਈ ਕਰ ਲਾਣੇ, ਤੈਂਕੀ ਦਰਦ ਨਾ ਆਇਆ। ਤੁਹਾਨੂੰ ਸਮਝ ਨਹੀਂ ਆਈ ਵੀ ਇੰਨਾ ਕੁਝ ਕਰਨ ਤੋਂ ਬਾਅਦ ਫੇਰ ਤੁਸੀਂ ਝੂਠੇ ਪਰਚੇ ਕਰੀ ਜਾਂਦੇ ਆ। ਜਿਹੜੇ ਬੰਦੇ ਨੂੰ 2 ਬੰਦੇ ਫੜ ਕੇ ਬਾਥਰੂਮ ਕਰਕੇ ਲਿਜਾਂਦੇ ਆ, ਉਹ ਦੱਸੋ ਤੁਹਾਡੀ ਗੱਡੀ ਭੰਨ ਸਕਦਾ? ਫਿਰ ਤੁਹਾਡੇ ਕੈਮਰੇ ਦੇ ਵਿੱਚ ਆਇਆ, ਸਭ ਕੁਝ ਆਇਆ, ਤੁਹਾਨੂੰ ਪਤਾ ਵਾ। ਮਨ ਜਾਣਤ ਸਭ ਬਾਤ ਜਾਣਦੀ ਅਵਗਨ ਕਰੇ। ਹਾਂਜੀ, ਤੁਸੀਂ ਸਾਰਾ ਕੁਝ ਜਾਣਦੇ ਹੋਏ, ਦੇਖਦੇ ਹੋਏ, ਦਰਬਾਰ ਸਾਹਿਬ 'ਚ ਰਹਿ ਕੇ ਵੀ ਸਤਿਗੁਰ ਪਾਤਸ਼ਾਹ ਦੇ ਘਰ ਦਾ ਦਰ, ਘਰ ਦਾ ਪ੍ਰਸ਼ਾਦਾ ਪਾਣੀ ਅਸੀਂ ਤਾਂ ਉਹਦੇ ਕੋਲ ਮੰਗਦੇ ਨਾ ਅਰਦਾਸ ਕਰਕੇ, ਤੇ ਤੁਸੀਂ ਡਾਇਰੈਕਟਲੀ ਉਥੋਂ ਲੈ ਕੇ ਆਉਨੇ ਹੋ। ਚਾਹੇ ਉਹ ਤਨਖਾਹ ਦੇ ਰੂਪ 'ਚ ਲੈ ਆਉਨੇ ਹੋ, ਤੇ ਚਾਹੇ ਉਹ ਫਿਰ ਦੂਜੇ ਤਰ੍ਹਾਂ ਲੈ ਕੇ ਆਉਨੇ ਹੋ। ਤੁਹਾਡਾ ਤਾਂ ਸਭ ਕੁਝ ਪਲਦਾ ਹੀ ਉਹਦੇ ਅਸਿੱਧੇ ਤਰੀਕੇ ਦੇ ਨਾਲ ਗੁਰੂ ਘਰੋਂ ਹੀ ਆ, ਹੈਨਾ। ਬਾਕੀ ਤਾਂ ਸਿੱਖ ਜਗਤ ਮੰਗਦੇ, ਅਸੀਂ ਵੀ ਸਾਰੇ ਗੁਰੂ ਕੋਲੋਂ ਹੀ ਆ, ਪਰੰਤੂ ਤੁਸੀਂ ਤੇ ਹੈ ਹੀ ਉਹਦੇ ਤੇ ਨਿਰਭਰ, ਪਰ ਤੁਸੀਂ ਉਹਦੇ ਦਰ ਤੇ ਖੜ ਕੇ ਝੂਠ ਬੋਲੀ ਜਾਂਦੇ ਹੋ। ਬਿਲਕੁਲ ਜੀ, ਸਾਡੇ ਤੇ ਉਹ ਕੋਈ ਕਿਸੇ ਤੇ ਪਰਚਾ ਬਣਦਾ ਨਹੀਂ ਹੈਗਾ ਸੀਗਾ, ਨਜਾਇਜ਼ ਤੌਰ ਤੇ ਨਜਾਇਜ਼ ਸੀਗਾ। ਫਿਰ ਉਹ ਕਿੰਨਿਆਂ ਲੋਕਾਂ ਤੇ ਪਰਚਾ ਕੀਤਾ? ਹਾਂਜੀ, ਕਿੰਨੇ ਲੋਕ ਸੀ ਜੀ ਗ੍ਰਿਫਤਾਰ ਕਰਨ ਨੂੰ? ਕੱਲਾ ਭਾਈ ਸੁਖਜੀਤ ਸਿੰਘ ਮੈਂ ਹੀ ਲੱਭਿਆ ਸੀਗਾ ਗ੍ਰਿਫਤਾਰ। ਮੈਨੂੰ ਕਿਹੜੇ ਕਰਿਆ? ਕੀ ਡਰ, ਕੀ ਇਹਨਾਂ ਦੇ ਅੰਦਰ ਖੌਫ ਆ, ਇਹਨਾਂ ਦੇ ਅੰਦਰ ਡਰਿਆ ਕਿ ਜੇ ਇਸ ਬੰਦੇ ਨੂੰ ਖੁੱਲ੍ਹਾ ਛੱਡਿਆ ਗਿਆ, ਇਹ ਸਾਡੇ ਕੋਲ ਹਿਸਾਬ ਮੰਗੂਗਾ। ਹੁਣ ਆਈ ਤੁਹਾਡੀ ਗੱਲ ਵੀ, ਅੱਗੇ ਕੀ ਹੋਊਗਾ? ਅੱਗੇ ਉਹੀ ਹੋਊਗਾ, ਜਿੰਨਾ ਚਿਰ 328 ਸਰੂਪ ਦੀ ਗੱਲ ਇਹ ਕਿਸੇ ਸਿਰੇ ਨਹੀਂ ਲਾਉਂਦੇ, ਉਹਨੇ ਚਿਰ ਟਿਕ ਕੇ ਨਹੀਂ ਬੈਠਾਂਗੇ। ਹਾਂ, ਲਾਮਬੰਦੀ ਕਰਾਂਗੇ, ਟਾਈਮ ਵੱਧ ਲੱਗ ਸਕਦਾ, ਪਰ ਸਬਰ ਨਾਲ ਚੱਲ ਕੇ, ਪਰ ਚੇਤੇ ਚੋਂ ਨਹੀਂ ਵਿਸਰਿਆ। ਪਰ ਜਿਹੜੀ ਗੱਲ ਇਹ ਚਾਹੁੰਦੇ ਸੀ ਵੀ ਪਰਚਾ ਕਰਕੇ ਇੱਕ ਮੁੱਦਾ ਖੜਾ, ਜਿਹੜੇ ਮੁੱਦੇ ਦੀ ਲੜਾਈ ਲੜ ਲਈ ਆ ਸੰਗਤ, ਅਸੀਂ ਨਵਾਂ ਮੁੱਦਾ ਪੈਦਾ ਕਰ ਦਈਏ ਵੀ ਮਤਲਬ ਇਹ ਕੁੱਟਮਾਰ ਦਾ ਇਨਸਾਫ ਲੈਣ ਲਈ, ਪਰਚਿਆਂ ਦਾ ਇਨਸਾਫ ਲੈਣ ਲਈ ਫਿਰ ਇੱਧਰ ਉੱਧਰ ਦਰ ਨਹੀਂ 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 ਨਹੀਂ, ਕੋਈ ਗੱਲ ਨਹੀਂ। ਇੱਥੇ ਲక్ష్మణ ਸਿੰਘ ਧਾਰੋਵਾਲ ਜੰਮਣੇ ਬੰਦ ਨਹੀਂ ਹੋਣੇ। ਨਰੈਣੂ ਮਹੰਤ ਦੀ ਜਿਹੜੀ ਡਾਂਗ ਆ, ਨਰੈਣੂ ਮਹੰਤ ਦਾ ਤਸ਼ੱਦਦ ਫਿੱਕਾ ਪੈਣਾ ਆ, ਕਿਉਂਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸੋਏ ਹੋਏ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਗਲਾ ਸਵਾਲ ਮੇਰਾ ਇਹ ਹੈ ਕਿ ਜਿੱਦਾਂ ਪਿਛਲੇ ਦਿਨੀ ਵਿਧਾਨ ਸਭਾ ਦੀਆਂ ਆਪਾਂ ਦੇਖਦੇ ਹਾਂ ਵੋਟਾਂ ਪਈਆਂ, ਸਰਕਾਰ ਬਦਲੀ ਹੈ ਜੀ, ਇਹਨਾਂ ਨੂੰ ਇੱਕਦਮ ਡਰ ਪੈ ਗਿਆ। ਬਾਦਲ ਦਲ ਦੀਆਂ ਵੋਟਾਂ ਸਿਰਫ 3 ਸੀਟਾਂ ਰਹਿ ਗਈਆਂ 117 ਸੀਟਾਂ ਦੇ ਵਿੱਚ।
ਅੱਜ ਇਹਨਾਂ ਨੂੰ ਪੂਰਾ ਖੌਫ ਬਣਿਆ ਹੋਇਆ ਤੇ ਅੱਜ ਇਹ ਅਕਾਲ ਤਖਤ ਨੂੰ ਆਪਦੇ ਆਪ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲਈ ਬੜੇ ਦਾਅ ਪੇਚ ਲਾ ਰਹੇ ਨੇ, ਚਾਹੇ ਉਹ ਵਾਇਆ ਜਥੇਦਾਰ ਰਾਹੀਂ ਕਹਿ ਲਈਏ ਜਾਂ ਆਪਾਂ ਜਿੱਦਾਂ ਵੀ, ਮਤਲਬ ਕਿ ਆਪਣੇ ਆਪ ਨੂੰ ਬਚਾਉਣ ਲਈ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਉਹ ਤਾਂ ਜੱਗ ਜ਼ਾਹਰ ਆ, ਜਦੋਂ ਪਾਵਰ 'ਚ ਆ ਬਿਲਕੁਲ ਕੁੱਟਦੇ ਆ, ਬਿਲਕੁਲ ਲੁੱਟਦੇ ਆ, ਮਾਰਦੇ ਆ, ਸਾੜਦੇ ਆ, ਜੇਲ੍ਹਾਂ 'ਚ ਭੇਜਦੇ ਆ ਜੀ। ਕਿਹਨਾਂ ਨੂੰ? ਸਿੱਖਾਂ ਨੂੰ। ਤੇ ਭਿਆਲੀ ਕਰਨਾ ਕਰਦੇ ਆ ਸ਼ਿਵ ਸੈਨਾ ਹਿੰਦ ਨਾਲ, ਸ਼ਿਵ ਸੈਨਾ ਪੰਜਾਬ ਨਾਲ, ਭਾਜਪਾ ਨਾਲ, RSS ਨਾਲ, ਨੂਰ ਮਹਿਲੀਆਂ ਨਾਲ, ਬਿਆਸਾ ਨਾਲ, ਡੇਰਾ ਸੌਦਾ ਸਾਧ ਨਾਲ ਜੀ, ਤੇ ਹੋਰ ਡੇਰੇ ਆਦਿਕ ਜਿੰਨੇ ਵੀ ਸਿੱਖਾਂ ਨਾਲ ਤਾਂ ਕਦੇ ਭਿਆਲੀ ਨਹੀਂ ਨਾ ਹੋਈ। ਨਹੀਂ ਜੀ। ਹਾਂਜੀ ਜੀ ਜੀ। ਹੁਣ ਹਰ ਗਿਆ ਪੰਥ ਚੇਤੇ ਆ ਗਿਆ। ਹਾਂ, ਅਗੇ ਬੰਦੀ ਸਿੰਘ ਛਡਾਉਣ ਚੱਲੇ ਆ। ਜੀ ਜੀ। ਹਾਂਜੀ, ਮਤਲਬ ਇੱਥੇ ਇਹਨਾਂ ਦੇ ਰਾਜ ਵਿੱਚ 33 ਸਾਲ ਸਜ਼ਾ ਹੁੰਦੀ ਹੈ ਦੋ ਨੌਜਵਾਨਾਂ ਨੂੰ ਜਿਨ੍ਹਾਂ ਨੇ ਘਵੱਦੀ ਕਾਂਡ ਤੇ ਜੀ, ਗੁਰਦੇਵ ਪ੍ਰੇਮੀ ਵਾਲੇ ਮਸਲੇ 'ਚ ਉਮਰ ਕੈਦ ਹੁੰਦੀ ਹੈ। ਇਹਨਾਂ ਦੇ ਮਸਲੇ 'ਚ ਨਲਾਇਕੀਆਂ ਕਿਹਦੀਆਂ? ਉਹ 5 ਨੌਜਵਾਨ। ਅੱਛਾ, ਇੱਕ ਹੋਰ, ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਤੁਹਾਡੇ ਰਾਜ ਵਿੱਚ ਠੇਠਰੋ ਉਮਰ ਕੈਦ ਸਜ਼ਾ ਹੋਈ ਹੈ, ਕਿਤਾਬਾਂ ਪੜ੍ਹਨ ਦੇ ਦੋਸ਼। ਮਿੱਠਾ ਸਿੰਘ, ਗੁਰਪ੍ਰੀਤ ਸਿੰਘ ਵਗੈਰਾ ਉਹ ਨੌਜਵਾਨ ਉੱਥੇ ਮੈਂ ਫਰੀਦਕੋਟ ਮਿਲੇ ਮੈਨੂੰ, ਉਹਨਾਂ ਦਾ ਹੁਣ ਚਲਾਨ ਪੈ ਕੇ ਆਇਆ। ਦੱਸੋ ਕੀ ਕਸੂਰ ਸੀ ਉਹਨਾਂ ਲੋਕਾਂ ਦਾ? ਤੁਸੀਂ ਤਾਂ ਸਿੱਖਾਂ ਨੂੰ ਕਿਤਾਬਾਂ ਨਹੀਂ ਪੜ੍ਹਨ ਦਿੰਦੇ, ਜਦੋਂ ਤੁਸੀਂ ਬੰਦੀ ਸਿੰਘਾਂ ਨੂੰ ਕਿੱਥੋਂ ਰਹਿ? ਜਦੋਂ ਆਪਦੀ ਬੇੜੀ ਡੁੱਬਦੀ ਦੀ ਸੀ ਤੇ ਹੁਣ ਬੰਦੀ ਸਿੰਘ ਚੇਤੇ ਆ ਗਏ। ਦੇਖੋ ਜੀ, ਪੰਥ ਯਾਦ ਆ ਗਿਆ, ਹੁਣ ਪੰਥ ਯਾਦ ਆ ਗਿਆ, ਹੁਣ ਪੰਥ ਨੂੰ ਆਵਾਜ਼ਾਂ ਮਾਰ ਰਹੇ ਆ। ਇਹ ਉੱਥੇ ਨਾ ਨਿਸ਼ਾਨ ਸਾਹਿਬ ਇੱਕ ਉੱਚਾ ਹੈਗਾ ਧਰਮ ਦਾ, ਨੀਵਾਂ ਹੈਗਾ ਰਾਜਨੀਤੀ ਦਾ, ਪਰ ਇਹਨਾਂ ਨੇ ਉਲਟਾ ਕਰਤਾ। ਇਹ ਰਾਜਨੀਤੀ ਨੂੰ ਉੱਚਾ ਕਰੀ ਫਿਰਦੇ ਆ, ਧਰਮ ਨੂੰ ਨੀਵਾਂ ਕਰੀ ਫਿਰਦੇ। ਇਹ ਰਾਜਨੀਤੀ ਧਰਮ ਨੂੰ ਵਰਤਦੇ ਰਾਜਨੀਤੀ ਬਚਾਉਣ ਵਾਸਤੇ, ਜਦ ਕਿ ਵਰਤਣਾ ਚਾਹੀਦਾ ਸੀਗਾ ਰਾਜਨੀਤੀ ਨੂੰ ਧਰਮ ਬਚਾਉਣ ਵਾਸਤੇ। ਸਿਧਾਂਤ ਹੀ ਸਾਡਾ ਤਾਂ ਇਹ ਹੈ, ਸਿਧਾਂਤ ਸੀ ਸਾਡਾ ਇਹ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦਿੱਤੀ ਇਸ ਕਰਕੇ, ਪਰੰਤੂ ਇਹ ਲੋਕ ਤੇ ਉਦੋਂ ਹੈਰਾਨਗੀ ਇਸ ਗੱਲ ਦੀ ਹੁੰਦੀ ਆ ਵੀ ਜਿਹੜੇ ਹੁਣ ਮੈਂ ਕੀ ਕਹਾਂ, ਮੈਂ ਸ਼ਬਦ ਮੇਰੇ ਆਉਂਦਾ ਪਰ ਕੀ ਕਰੀਏ ਵੀ ਕਾਲ ਤਖਤ ਸਾਹਿਬ ਕਰਕੇ ਬੋਲਿਆ ਨਹੀਂ ਜਾਂਦਾ ਵੀ ਉਹ ਜਿਹੜੇ ਲੋਕ ਉੱਥੇ ਜਿਹੜੇ ਉਹ ਇੱਕ ਡਮਰੂ ਬਣ ਗਏ ਹੋਏ ਨੇ, ਇਹਨਾਂ ਦੇ ਟੱਬਰ ਦਾ ਡਮਰੂ। ਮੇਰਾ ਅਗਲਾ ਸਵਾਲ ਉਹਨਾਂ ਤੇ ਆ ਰਿਹਾ ਸੀ। ਜੀ ਜੀ। ਜਥੇਦਾਰ ਹਰਪ੍ਰੀਤ ਸਿੰਘ ਨੇ ਮਤਲਬ ਕਿ ਕੱਲ ਕੀ ਹੋਇਆ ਕਿ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ। 6 ਬੰਦੇ ਸੀ, ਸੀਆਂ ਚੋਂ 3 ਵਾਪਸ ਲਏ ਗਏ। ਜੀ ਜੀ ਜੀ। ਉਹਦੇ ਮਸਲੇ ਤੇ ਉਹਨੂੰ ਕੌਮੀ ਮਸਲਾ ਬਣਾ ਕੇ ਉਹਨਾਂ ਨੇ ਬੜੇ ਵੱਡੇ ਪੱਧਰ ਤੇ ਪੇਸ਼ ਕੀਤਾ। ਮਤਲਬ ਕਿ ਕੀ ਕੁਛ ਕਰਨ ਦੀਆਂ ਕੱਲ ਦੀਆਂ ਇਹਨਾਂ ਦੀਆਂ ਆ ਰਹੀਆਂ। ਦੇਖੋ ਜੀ, ਜੇ 6 ਲੋਕ ਆ ਆਪਾਂ ਮੰਨਦੇ ਆ ਵੀ ਪੰਜਾਬ ਸਰਕਾਰ ਕੋਲ, ਪੁਲਿਸ ਪ੍ਰਸ਼ਾਸਨ ਕੋਲ ਬਹੁਤ ਕੰਮ ਆ, ਬੜਾ ਉਹਨਾਂ ਨੇ ਸਰਕਾਰ ਨੇ ਦੇਖਣਾ ਸਿਸਟਮ ਜੀ। ਤੇ ਜੇ ਅਸੀਂ ਜੇ 6 ਲੋਕ ਆ ਤੇ 3 ਨਾਲ ਵੀ ਚੱਲ ਸਕਦੇ ਸਾਨੂੰ। ਅਸੀਂ ਕਿਹੜਾ ਵੀ ਉੱਥੇ ਕੋਈ ਇਹਨਾਂ ਨੇ ਕੀ ਕਰਨਾ? ਧਾਰਮਿਕ ਲੋਕ ਆ, ਧਾਰਮਿਕ ਲੋਕਾਂ ਨੂੰ ਕਿਹੜਾ ਕੋਈ ਥ੍ਰੈਟ ਆਉਂਦੀ ਆ, ਨਾ ਕੋਈ ਕਿਸੇ ਕੋ ਖਤਰਾ। ਜੇ ਚਲੋ ਮੰਨ ਲਓ ਵੀ 3 ਚਲੇ ਗਏ, ਇੱਕ ਕਿਸੇ ਤਰ੍ਹਾਂ ਦੀ ਅਸੀਂ ਐਪਲੀਕੇਸ਼ਨ ਪਾ ਕੇ ਵੀ ਇਹ ਦੱਸ ਸਕਦੇ ਸੀ ਵੀ ਭਾਈ ਸਾਨੂੰ 6 ਦੀ ਲੋੜ ਆ, ਹਨਾ। 2-3 ਸਾਲ ਹੋ ਗਿਆ, 3 ਸਾਲ ਤੇ ਹੋ ਹੀ ਗਏ ਨਾ, 3 ਮੇਰੇ ਖਿਆਲ ਇਹਨਾਂ ਨੂੰ ਬਣਿਆ। ਉਦੋਂ ਦੇ ਤੇ ਇਹ 6 ਲਈ ਫਿਰਦੇ ਆ ਨਾਲ ਝੰਡੀ ਵਾਲੀ ਗੱਡੀ ਮੋਹਰੇ। ਹੁਣ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈਗੀ। ਉਹ ਲੋਕਾਂ ਦੇ ਇਮੋਸ਼ਨਲ ਵਿਊ ਇਕੱਠੇ ਕਰਦੇ ਆ। ਉੱਦਾਂ ਦੇ ਸਾਡੇ ਭਗਤ ਹੈਗੇ ਆ ਕਿ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਭੁੱਲ ਗਿਆ, ਗਲਿਆਂ 'ਚ ਰੁਲਿਆ ਹੋਇਆ, ਠੀਕ ਆ। ਨੌਜਵਾਨ ਕਿਸ਼ਨ ਭਗਵਾਨ ਸਿੰਘ ਭੁੱਲ ਗਏ, ਕਮਲਜੀਤ ਸਿੰਘ ਸਨਾਮਾ ਭੁੱਲ ਗਿਆ, ਚੌੜ ਸਿੱਧਵਾਂ ਵਾਲਾ ਵੀਰ ਭੁੱਲ ਗਿਆ, ਲੋਹਾਰਾ ਕਾਂਡ ਭੁੱਲ ਗਿਆ, ਨੂਰ ਮਹਿਲੀ ਵਾਲਾ ਕਾਂਡ ਭੁੱਲ ਗਿਆ ਸਾਰਾ ਕੁਝ। ਬਿਲਕੁਲ ਜੀ, ਬਿਲਕੁਲ। ਕਿਸ਼ਨ ਸਾਰਾ ਭੁੱਲ ਗਿਆ। ਇੱਕੋ ਹੀ ਗੱਲ ਯਾਦ ਰਹਿ ਗਈ, ਹਾਈ ਸਿਕਿਉਰਿਟੀ ਵਾਟੀ ਦਿਸੇ ਹੋ ਕੀ ਰਿਹਾ ਵਾ। ਜਾਣ ਕੇ ਸਾਨੂੰ ਬੁੱਧੂ ਬਣਾਇਆ ਜਾ ਰਿਹਾ, ਨਵੇਂ ਮੁੱਦੇ ਖੜੇ ਕਰਕੇ ਪੁਰਾਣਿਆਂ ਦਾ ਚੇਤਾ ਭੁਲਾਇਆ ਜਾ ਰਿਹਾ। ਮਤਲਬ ਕਿ ਜਿਹੜੇ ਸਹੀ ਮੁੱਦਿਆਂ ਨੂੰ ਭੁਲਾਉਣ ਦੇ ਲਈ ਇਹ ਸਭ ਕੁਝ ਹੋ ਰਿਹਾ। ਬਿਲਕੁਲ ਸਭ ਕੁਝ ਹੋ ਰਿਹਾ। ਧਰਮ ਲੋਕਾਂ ਨੂੰ ਫਿਰ ਕਈ ਲੋਕ ਮੈਂ ਵੇਖਦਾ ਸੋਸ਼ਲ ਮੀਡੀਆ ਤੇ ਲਿਖਦੇ ਕਾਲ ਤਖਤ ਸਾਹਿਬ ਦੀ ਸੁਰੱਖਿਆ। ਉਹ ਬੇਵਕੂਫੋ ਜਿਹੜਾ ਹੋਇਆ ਇਹ ਅਕਾਲ ਦਾ ਤਖਤ, ਉਹਨੂੰ ਸੁਰੱਖਿਆ ਦੀ ਕੀ ਲੋੜ ਹੀ ਨਹੀਂ। ਬਿਲਕੁਲ, ਇਹ ਤਾਂ ਸੁਰੱਖਿਆ ਲੋਕਾਂ ਨੂੰ ਦਿੰਦਾ। ਬਿਲਕੁਲ। ਜੇ ਤੁਸੀਂ ਇੰਨੇ ਹੀ ਸੀਗੇ ਤੇ ਫਿਰ ਜਿੱਦਣ ਉਹਦਾ ਸੰਭਾਲਿਆ ਸੀ ਉਦੋਂ ਹੀ ਕਹਿੰਦੇ ਜਾਓ। ਹਾਂ, ਬਿਲਕੁਲ। ਫਿਰ ਕੀ ਗੱਲ ਸੀ? ਨਾਲੇ ਮਤਲਬ ਕਿ ਅਕਾਲ ਤਖਤ ਸਾਹਿਬ ਦੇ ਜੇ ਪਿਛਲੇ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ, ਉੱਥੋਂ ਤਾਂ ਹੁਕਮਨਾਮੇ ਜਾਰੀ ਹੁੰਦੇ ਸੀ। ਉੱਥੇ ਤਾਂ ਅਕਾਲ ਤਖਤ ਸਾਹਿਬ ਤਾਂ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਲਬ ਕਰਨ ਦੀ ਗੱਲ ਕਰਦਾ ਸੀ। ਅਕਾਲੀ ਫੂਲਾ ਸਿੰਘ ਨੇ ਕੋਰੜਿਆਂ ਦੀ ਸਜ਼ਾ ਤੱਕ ਦਿੱਤੀ। ਅੱਜ ਅਸੀਂ ਸਰਕਾਰਾਂ ਤੋਂ ਭਾਲਦੇ ਹਾਂ ਕਿ ਸਾਡੀ ਸੁਰੱਖਿਆ ਕਰ ਲਓ, ਸਾਨੂੰ ਬਚਾ ਲਓ। ਹੁਣ ਜੇ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਕੋ ਸੁਰੱਖਿਆ ਲਈ ਹੁੰਦੀ ਉਹਨੇ, ਤੇ ਉਹਨੂੰ ਕਿੱਦਾਂ ਕਹਿ ਦਿੰਦਾ ਜਾ ਕਹਿ ਦਿਓ ਕਾਣੇ ਢੱਗੇ ਨੂੰ, ਜੋ ਕਿਉਂ ਕਰਦਾ ਕਾਲਾ ਬੱਗੇ ਨੂੰ, ਅੰਤ ਟਾਈਮ ਨੂੰ ਮਰਨਾ ਹੈ ਤੇ ਮੂੰਹ ਕਾਲਾ ਕਿਉਂ ਕਰਨਾ ਹੈ? ਫਿਰ ਉਹਨੂੰ ਕਹਿ ਨਹੀਂ ਸੀ ਹੋਣਾ। ਬਿਲਕੁਲ ਜੀ, ਬਿਲਕੁਲ। ਇਹ ਨਾਲੇ ਚੋਪੜੀਆਂ ਨਾਲੇ ਦੋ ਨਾਲੇ ਤੇ ਉਥੋਂ ਸੁਰੱਖਿਆ ਭਾਲਦੇ ਆ। ਐਵੇਂ ਟਕਵੰਜ ਬਣਾਇਆ ਜੀ। ਦੂਜੀ ਗੱਲ ਇੱਕ ਹੋਰ ਆ ਜੀ, ਤੁਸੀਂ ਸਵਾਲ ਕੀਤਾ ਨਹੀਂ, ਮੈਂ ਗੱਲ ਕਰ ਦਿੰਨਾ
ਵੀ ਤੁਸੀਂ ਦੱਸੋ ਵੀ ਸੁਪਰੀਮ ਕੋਰਟ ਦਾ ਸੀਨੀਅਰ ਜੱਜ ਕਿੰਨੇ ਹੁੰਦੇ ਆ ਜੀ ਮੇਨ ਜੱਜ ਇੱਕ ਆ ਨਾ ਸੁਪਰੀਮ ਕੋਰਟ ਦਾ ਜੀ ਮੇਨ ਇੱਕੋ ਹੀ ਆ ਨਾ ਥੱਲੇ ਉਹਦੇ ਐਲਕਾ ਦੂਜੇ ਛੋਟੇ ਹੋ ਸਕਦੇ ਆ ਅੱਛਾ ਹਾਈ ਕੋਰਟ ਦਾ ਵੀ ਚੀਫ ਜਸਟਿਸ ਇੱਕੋ ਹੀ ਆ ਸੁਪਰੀਮ ਕੋਰਟ ਦਾ ਵੀ ਚੀਫ ਜਸਟਿਸ ਇੱਕੋ ਹੀ ਆ ਜੀ ਠੀਕ ਸਿੱਖਾਂ ਦਾ ਸੁਪਰੀਮ ਕੋਰਟ ਕੌਣ ਆ ਅਕਾਲ ਤਖਤ ਹਾਂਜੀ ਅਕਾਲ ਤਖਤ ਤੇ ਇਹਦਾ ਜਥੇਦਾਰੀ ਐਕਟਿੰਗ ਆ ਬਿਲਕੁਲ ਜੀ ਹੈ ਨਾ ਸਹੀ ਹੈ ਜੀ ਇੱਕੋ ਹੀ ਬੰਦਾ ਲੱਭ ਗਿਆ ਹਾਂ ਜੀ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਪਣਾ ਸੌਰੀ ਦਮਦਮਾ ਸਾਹਿਬ ਦਾ ਦਮਦਮਾ ਸਾਹਿਬ ਵੀ ਅਕਾਲ ਤਖਤ ਦਾ ਕਾਰਜਕਾਰੀ ਵੀ ਤੇ ਕਾਰਜਕਾਰੀ ਵੀ ਹੋਰ ਕਿ ਸਿੱਖ ਕੌਮ ਕੋਲੇ ਸ਼ਖਸੀਅਤਾਂ ਹੀ ਹੈ ਨਹੀਂ ਕਿ ਜਿਹੜੀਆਂ ਸ਼ਖਸੀਅਤਾਂ ਹੈ ਗੁਰਮੁਖ ਪਿਆਰਿਓ ਪਰ ਰਬੜ ਦੀਆਂ ਮੋਹਰਾਂ ਨਹੀਂ ਹੈਗੀਆਂ ਜਿਹੜੀਆਂ ਬਾਦਲਾਂ ਦੇ ਕਹੇ ਤੇ ਚੱਲ ਇਦੋਂ ਵਧੀਆ ਮੋਹਰ ਨਹੀਂ ਲੱਭ ਰਹੀ ਮੰਨ ਲਓ ਜਿਹੜੀ ਬਾਦਲਾਂ ਦੇ ਕਹੇ ਤੇ ਮੰਨ ਲਓ ਚੱਲੇ ਉਹ ਕੰਮ ਨਹੀਂ ਬਿਲਕੁਲ ਡੰਮੀ ਜਥੇਦਾਰ ਨਹੀਂ ਲੱਭ ਬਿਲਕੁਲ 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 ਜੀ ਬਿਲਕੁਲ ਤੇ ਭਾਈ ਸਾਹਿਬ ਜਿੱਦਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਮਸਲਾ 328 ਸਰੂਪਾਂ ਦਾ ਜਾਂ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆਉਣ ਦੇ ਵੀ ਅਸਾਰ ਨੇ ਕਿ ਆ ਸਕਦਾ ਤੇ ਤੁਸੀਂ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਭਾਈ ਆਪਾਂ ਕਿਸ ਤਰੀਕੇ ਦੇ ਨਾਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਹੱਲ ਕਰੀਏ ਦੇਖੋ ਜੀ ਇਹਦਾ ਹੁਣ ਜੱਗ ਜਾਰ ਆ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੌਣ ਏ ਟੀਮਾਂ ਦਾ ਵੀ ਪਤਾ ਲੱਗ ਗਿਆ ਬੀ ਟੀਮਾਂ ਦਾ ਵੀ ਪਤਾ ਲੱਗ ਗਿਆ ਅੱਗੇ ਫ੍ਰੈਂਡਲੀ ਮੈਚ ਜਿਹੜਾ ਸੀਗਾ ਪਰਦੇ ਦੇ ਪਿੱਛੇ ਖੇਲਿਆ ਜਾਂਦਾ ਸੀ ਹੁਣ ਜੱਗ ਜਾਰ ਹੋ ਗਿਆ ਸਭ ਕੁਝ ਜੱਗ ਜਾਰ ਆ ਜੇ ਮਨ ਜਾਣ ਸਭ ਬਾਤ ਜਾਣਤ ਹੀ ਅਵਗਨ ਕਰੇ ਕਾਹੇ ਕੀ ਕੁਸਲਾਤ ਹਾਥ ਦੀਪਕ ਕੂਏ ਪਰੇ ਫਿਰ ਅਸੀਂ ਖੂਹ 'ਚ ਡਿੱਗਾਂਗੇ ਪਤਾ ਸਾਨੂੰ ਹੈ ਹੁਣ ਸਾਨੂੰ ਫਿਰ ਉਹੀ ਮਹਾਰਾਜ ਨੇ ਜਿਹੜਾ ਕਨਸੈਪਟ ਦਿੱਤਾ ਹੋਇਆ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਸਾਨੂੰ ਦੁਬਦਾ ਦੂਰ ਕਰ ਲੈਣੇ ਚਾਹੀਦੀਆਂ ਸਾਨੂੰ ਆਪਣੇ ਮਤਭੇਦ ਭੁਲਾ ਕੇ ਮੈਂ ਤਾਂ ਵੇਖੋ ਸਾਰਿਆਂ ਹੀ ਵੀਰਾਂ ਨੂੰ ਪ੍ਰਚਾਰਕ ਵੀਰਾਂ ਨੂੰ ਜਥੇਬੰਦੀਆਂ ਦੇ ਮੁਖੀ ਸਾਹਿਬਾਨਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਸਭਾ ਸੁਸਾਇਟੀਆਂ ਸੁਖਮਨੀ ਸਾਹਿਬ ਸੁਸਾਇਟੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹੋ ਜਿਨ੍ਹਾਂ ਨੂੰ ਇਹ ਦਰਦ ਵਾ ਜਿਨ੍ਹਾਂ ਦੇ ਉਦਣ ਇੱਕ ਹੰਝੂ ਆਇਆ ਸੀਗਾ ਅੱਖਾਂ ਵਿੱਚੋਂ ਜਿੱਦਣ ਸਤਿਗੁਰੂ ਨੂੰ ਗਲੀਆਂ ਨਾਲੀਆਂ ਤੇ ਰੂੜੀਆਂ ਤੇ ਖਿਲਾਰਿਆ ਗਿਆ ਸੀਗਾ ਤੇ ਫਿਰ ਮਲਕਿਆਂ ਵਾਲੀ ਬੇਅਦਬੀ ਜਿਹਨੇ ਵੇਖੀ ਆ ਮੈਂ ਵੇਖੀ ਆ ਜਿਹਨੇ ਉਹ ਵੇਖੀ ਆ ਨਾ ਅਸੀਂ ਕੋਈ ਕਾਗਜ਼ ਰੱਦੀ ਦਾ ਪਾੜਨ ਲੱਗਿਆਂ ਅੰਗਰੇਜ਼ ਕਰਦੇ ਆ ਮੈਂ ਇੰਨੇ ਪੀਸ ਗੁਰੂ ਗ੍ਰੰਥ ਸਾਹਿਬ ਦੇ ਹੋਏ ਦੇਖੇ ਆ ਮਲਕੇ ਜਿਨ੍ਹਾਂ ਨੂੰ ਉਹ ਯਾਦ ਆ ਵੀ DIG ਅਮਰ ਸਿੰਘ ਚਾਹਲ ਤੇ ਉਦੋਂ ਦੇ ਮੌਜੂਦਾ DC ਚੁੱਕ ਕੇ ਬੱਟ ਤੁਹਾਡੇ ਇੱਧਰ ਦੌਰਾ ਕਹਿੰਦੇ ਆ ਮੇਰਾ ਖਿਆਲ ਸਾਡੇ ਕੜਾਈਆ ਕਹਿੰਦੇ ਆ ਕਿਸੇ 'ਚ ਬਾਟਾ ਕਹਿੰਦੇ ਬਾਟਿਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾ ਕੇ ਲੈ ਕੇ ਗਏ ਸੀ ਉਹ ਅੰਗ ਫਿਰ ਗੁਜਰਾਤ 'ਚ ਗਏ ਸੀਗੇ ਟੈਸਟ ਹੋਣ ਵਾਸਤੇ ਫਿੰਗਰਪ੍ਰਿੰਟ ਵੀ ਹੋ ਕੇ ਆ ਗਿਆ ਸੀ ਮੈਂ ਬਾਈ ਨੇ ਕਹਿੰਦਾ ਬਦਲੋ ਫਿਰ ਫਿੰਗਰਪ੍ਰਿੰਟ ਕਰਾਏ ਨਹੀਂ ਇਹਨਾਂ ਲੋਕਾਂ ਦੇ ਉਦੋਂ ਬਿਲਕੁਲ ਕਿਉਂ ਨਹੀਂ ਕਰਾਉਣ ਦਿੱਤੇ ਕੀ ਮਜਬੂਰੀ ਸੀਗੀ ਤੇ ਉਹ ਜਿਨ੍ਹਾਂ ਵੀਰਾਂ ਨੂੰ ਸਾਰਾ ਕਨਸੈਪਟ ਯਾਦ ਆ ਤੇ ਜੇ ਜਾਣ ਬੁੱਝ ਕੇ ਸਕਿਉਰਟੀ ਦਾ ਰੌਲਾ ਪਾ ਕੇ ਤੇ ਮਰਿਆ ਹੋਇਆਂ ਨੂੰ ਆਕਸੀਜਨ ਦੇਣੀ ਆ ਤੇ ਫਿਰ ਸਾਨੂੰ ਗੁਰੂ ਵੀ ਮਾਫ ਨਹੀਂ ਕਰੂਗਾ ਬਿਲਕੁਲ ਜੀ ਸਾਨੂੰ ਇਕੱਠੇ ਹੋਣਾ ਪਊਗਾ ਮਤਭੇਦ ਭੁਲਾਉਣੇ ਪੈਣਗੇ ਸਾਡੇ ਇਹ ਕੀ ਆ ਵੀ ਕੋਈ ਛੋਟੀਆਂ ਜਿਹੜੀਆਂ ਆਪਸੀ ਹੈਗੀਆਂ ਇਹਨਾਂ ਨੂੰ ਛੱਡ ਦਈਏ ਬਿਲਕੁਲ ਹੁਣ ਵੇਲਾ ਹੈ ਨਹੀਂ ਤਾਂ ਫਿਰ ਅਸੀਂ ਕੁੱਟ ਖਾਂਦੇ ਰਹਾਂਗੇ ਗੁਰੂ ਘਰਾਂ ਦਾ ਜਿਹੜਾ ਸਰਮਾਇਆ ਆ ਸੰਗਤ ਦਾ ਜਿਹੜਾ ਸਰਮਾਇਆ ਦਸਬੰਧ ਦੇ ਰੂਪ ਵਿੱਚ ਉਹ ਜੇ ਲੁੱਟ ਹੋਣੋਂ ਬਚਾਉਣਾ ਜੇ ਜੈਤੋਂ ਵਾਲੇ ਖੂਹ 'ਚ ਨਿਰੋਧ ਵਰਗੀਆਂ ਖਿਮਾ ਕਰਿਓ ਹੋਰ ਇਹੋ ਜਿਹੀਆਂ ਭੈੜੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਮੇਰੀਆਂ ਧੀਆਂ ਦੀ ਪੱਤ ਲੁੱਟ ਹੋ ਰਹੀ ਅੱਜ ਗੁਰਦੁਆਰਾ ਪ੍ਰਬੰਧ ਵਿੱਚ ਸ਼ੋਸ਼ਣ ਕੀਤਾ ਜਾ ਰਿਹਾ ਸ਼ਰਾਬਾਂ ਪੀਤੀਆਂ ਜਾ ਰਹੀਆਂ ਦਾਲਾਂ 'ਚ ਘਪਲੇ ਹੋ ਰਿਹਾ ਲੰਗਰਾਂ 'ਚ ਘਪਲੇ ਹੋ ਰਿਹਾ ਗੱਡੀਆਂ 'ਚ ਘਪਲੇ ਹੋ ਰਿਹਾ ਜ਼ਮੀਨਾਂ ਜਿਹੜੀਆਂ ਗੁਰੂ ਘਰਾਂ ਦੀਆਂ ਸੀ ਉਹਦੇ ਟਰਸਟ ਬਣ ਗਿਆ ਤੇ ਘੁੰਮਾ ਕੇ ਬਾਦਲਾਂ ਨੂੰ ਜਾ ਰਿਹਾ ਜੇ ਸਾਰਾ ਕੁਝ ਬਚਾਉਣਾ ਤੇ ਫੇਰ ਹੋਇਆ ਖੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਇਕੱਠੇ ਹੋ ਜਾਈਏ ਇੱਕ ਕੰਮ ਇਹਨਾਂ ਨੇ ਬਾਦਲਾਂ ਨੇ ਆਪਦੇ ਆਪ ਨੂੰ ਬਚਾਉਣ ਲਈ ਜਾਂ ਆਪਾਂ ਦੇਖਦੇ ਹਾਂ ਕਿ ਜਿੰਨੇ ਅਕਾਲੀ ਦਲ ਜੀ ਪਿਛਲੇ ਦਿਨੇ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਇਕੱਠੇ ਹੋ ਕੇ ਮੀਟਿੰਗਾਂ ਅਕਾਲ ਤਖਤ ਸਾਹਿਬ ਤੇ ਇਹਨਾਂ ਨੇ ਕੀਤੀਆਂ ਕਿ ਆਪਾਂ ਬੰਦੀ ਸਿੰਘ ਰਿਹਾ ਕਰਵਾਉਣੇ ਆ ਜੀ ਸਾਰੇ ਅਕਾਲੀ ਦਲ ਜਿਹੜੇ ਆਪਦੇ ਆਪ ਨੂੰ ਕਹਿੰਦੇ ਸੀ ਆਪਾਂ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਕੁਝ ਕਰਨਗੇ ਕੌਮ ਲਈ ਅੱਜ ਉਹਨਾਂ ਤੋਂ ਵੀ ਆਪਾਂ ਨੂੰ ਕਿਤੇ ਤੁਹਾਡੇ ਬਾਬਤ ਕੀ ਲੱਗਦਾ ਤੁਹਾਡੇ ਸਾਹਮਣੇ ਕਿ ਕੀ ਸਾਹਮਣੇ ਆ ਰਿਹਾ ਕਿ ਅੰਦਰ ਖਾਤੇ ਕਿਤੇ ਮਿਲੇ ਹੋਏ ਤਾਂ ਨਹੀਂ ਦੇਖੋ ਜੀ ਉਹ ਤਾਂ ਜੱਗ ਜਾਰੀ ਆ ਅੰਦਰ ਖਾਤੇ ਮਿਲਣ ਵਾਲੀ ਗੱਲ ਨਹੀਂ ਹੁਣ ਤਾਂ ਸਾਹਮਣੇ ਮਿਲ ਗਏ ਹੈਗੇ ਬਿਲਕੁਲ ਹੁਣ ਦੇਖੋ ਸਭ ਤੋਂ ਵੱਡੀ ਗੱਲ 2015 ਚ ਜੋ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦਾ ਚੋਰੀ ਹੋ ਜਾਣਾ ਜੀ ਮਿਲਣਾ ਨਾ ਬਿਲਕੁਲ ਜੇ ਉਹਦਾ ਕੋਈ ਥੋਹ ਪਤਾ ਮਿਲਣਾ ਤੇ ਗੰਦੇ ਨਾਲੇ ਵਿੱਚ ਵਾਹਿਗੁਰੂ ਹੈ ਨਾ ਜੀ ਤੇ ਫਿਰ ਕਿਹੜੇ ਸਿੱਖਾਂ ਸੀ ਬਿਲਕੁਲ ਉਦੋਂ ਅਸੀਂ ਟਾਰਾ ਮਾਰ ਕੇ ਕਹਿੰਦੇ ਰਹੇ ਵੀ ਇਹ ਬਾਦਲਾਂ ਦੀ ਕਰਤੂਤ ਆ ਹਰ ਮਤੇ 'ਚ ਜਿੰਨਾ ਇਕੱਠ ਹੋਏ ਜੇ ਸਰਬੱਤ ਖਾਲਸਾ 'ਚ ਇਕੱਠਾ ਹੋਇਆ
ਇੱਕ ਮਤਾ ਇਹ ਪਿਆ ਕਿ ਬਾਦਲਾਂ ਦਾ ਬਾਈਕਾਟ। ਬਿਲਕੁਲ। ਪੰਜ ਪਿਆਰਿਆਂ ਨੇ ਗੱਲ ਕਹੀ ਬਾਦਲਾਂ ਦਾ ਬਾਈਕਾਟ। ਜਿੱਥੇ ਵੀ ਕੋਈ ਇਕੱਠਾ ਹੋਇਆ ਉਹਨੇ ਕਿਹਾ ਬਾਦਲਾਂ ਦਾ ਬਾਈਕਾਟ। ਸਭ ਤੋਂ ਵੱਧ ਵੀਰ ਉਹੀ ਕਰਦੇ ਰਹੇ ਜਿਹੜੇ ਅੱਜ ਗੋਡੇ ਨਾਲ ਜਿਹੜੇ ਅੱਜ ਉੱਥੇ ਬੈਠੇ ਨੇ ਜਾ ਕੇ ਗੋਡੇ ਨਾਲ ਗੋਡਾ। ਕੌਮ ਜਵਾਬ ਮੰਗੇਗੀ, ਉਹਨਾਂ ਕੋਲ ਦੇਣਾ ਪਵੇਗਾ ਉਹਨਾਂ ਨੂੰ। ਬਿਲਕੁਲ। ਇਹ ਸਵਾਲ ਆਪਾਂ ਇਹ ਵੀ ਹੈ ਕਿ ਉਹਨਾਂ ਨੂੰ ਵੀ ਸਵਾਲ ਹੈ, ਚਾਹੇ ਕੋਈ ਵੀ ਨੇ, ਉਹ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿਹੜੇ ਕਿਹੜੇ ਬੈਠੇ ਨੇ। ਇੱਕ ਸਵਾਲ ਉਹਨਾਂ ਨੂੰ ਵੀ ਹੈ ਕਿ ਭਾਈ ਅੱਜ ਤੋਂ ਪਿੱਛੇ ਚਲੇ ਜਾਓ, 7 ਸਾਲ ਪਿੱਛੇ 2015 ਵਾਲੀ ਬੇਅਦਬੀ ਵੇਲੇ ਚਲੇ ਜਾਓ ਕਿ ਅਸੀਂ ਕਿੱਦਾਂ ਦੇ ਸਵਾਲ ਜਾਂ ਕਿੱਦਾਂ ਦਾ ਉਹਨਾਂ ਤੇ ਪਾਬੰਦੀਆਂ ਲਾ ਰਹੇ ਸੀ, ਇਹਨਾਂ ਦਾ ਬਾਈਕਾਟ, ਤੇ ਅੱਜ ਕੀ ਹੋ ਗਿਆ। ਉਦੋਂ ਸਾਨੂੰ ਬੰਦੀ ਸਿੰਘ ਨਹੀਂ ਚੇਤੇ ਆਈ। ਬਿਲਕੁਲ ਜੀ, ਬੰਦੀ ਸਿੰਘ ਉਹ ਛਡਾਉਂ। ਦੇਖੋ ਜੀ, ਦਰਦਵਾਰ ਨੂੰ ਦਰਦ ਦੀ ਦਰਦ ਹੁੰਦੀ। ਬਿਲਕੁਲ। ਦਰਦ ਜਿਹੜੀ ਕਰਦ ਦੀ ਦਰਦ ਆ ਨਾ, ਉਹ ਬੱਕਰਾ ਜਾਣਦਾ ਵਾ। ਬਿਲਕੁਲ। ਜੇ ਕਸਾਈ ਨੂੰ ਨਹੀਂ ਪਤਾ ਉਹਦੀ ਦਰਦ ਦਾ ਕੀ ਆ, ਇਹ ਜਿਨ੍ਹਾਂ ਨੇ ਸਹਿਆ ਉਹਨਾਂ ਨੂੰ ਪਤਾ। ਅਸੀਂ ਜੇਲ੍ਹਾਂ 'ਚ ਧੱਕੇ ਖਾਂਦੇ ਆ, ਜਾਂ ਜਿਹੜੇ ਜੇਲ੍ਹਾਂ 'ਚ ਚਲੇ ਗਏ, ਜਾਂ ਜਿਹੜੇ ਬੰਦੀ ਬੈਠੇ ਆ, ਜਿਹੜੇ ਸਜ਼ਾਵਾਂ ਪੂਰੀਆਂ ਕਰਕੇ ਬੈਠੇ ਆ। ਔਰ ਰਾਜੀਵ ਗਾਂਧੀ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਉਹ ਕਰਿਆ, ਉਹ ਉਹਨਾਂ ਨੇ ਛਡਾ ਲਿਆ ਨਾ ਜੀ। ਉਹ ਸਿੱਖ ਜਥੇਬੰਦੀਆਂ ਨੇ ਤਾਂ ਨਹੀਂ ਛਡਾਇਆ, ਅਗਲਿਆਂ ਨੇ ਪੈਰਵਾਈ ਕੀਤੀ, ਨੱਠ ਕੇ ਛਡਾ ਲਿਆ। ਅਸੀਂ ਤਾਂ ਮੈਨੂੰ ਖਿਮਾ ਕਰਿਓ, ਬੰਦੀ ਸਿੰਘਾਂ ਨੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣਾ ਛੱਡਿਆ ਜੇ। ਬਿਲਕੁਲ। ਸਿਆਸਤ ਖੇਡੀ। ਅਸੀਂ ਨਹੀਂ ਚਾਹੁੰਦੇ ਵੀ ਸਾਡੀਆਂ ਉਹ ਮੁਰਗੀਆਂ ਮਰ ਜਾਣ, ਕਿਉਂਕਿ ਕੁਝ ਲੋਕਾਂ ਦੀ ਰੋਟੀ ਹਲਵਾ ਮੰਡਾ ਹੀ ਉਹਨਾਂ ਤੋਂ ਚੱਲਦਾ ਵੀ ਹਾਏ ਹਾਏ ਕਰ ਲੋ ਤੇ 4 ਰੁਪਏ ਇਕੱਠੇ ਕਰ ਲੋ, ਤੇ ਜਦੋਂ ਵੇਖਿਆ ਵੀ ਬਸਤਾ ਖਾਲੀ ਹੋਣ ਲੱਗਾ, ਗੱਲਾ ਖਾਲੀ ਹੋਣ ਲੱਗਾ, ਫੇਰ ਹਾਏ ਹਾਏ ਕਰ ਲੋ। ਸਾਨੂੰ ਉਹਨਾਂ ਦੀ ਕਿੱਥੇ ਚਿੰਤਾ ਆ, ਸਾਨੂੰ ਚਿੰਤਾ ਹੀ ਨਹੀਂ ਹੈਗੀ। ਉਹਨਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਬਿਲਕੁਲ ਗਾਲੀਆਂ। ਫਿਰ ਬੰਦੀ ਬਣਾਇਆ ਕਿਹਨਾਂ ਨੇ ਆ? ਇਹਨਾਂ ਲੋਕਾਂ ਨੇ ਬਣਾਇਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ, ਜਿਨ੍ਹਾਂ ਨੇ ਪੰਥ ਦੀ ਗੱਲ ਕੀਤੀ, ਜਿਨ੍ਹਾਂ ਨੇ ਸਿਧਾਂਤ ਦੀ ਗੱਲ ਕੀਤੀ, ਉਹਨਾਂ ਨੂੰ ਇਹਨਾਂ ਨੇ ਜੇਲ੍ਹਾਂ 'ਚ ਡੱਕਿਆ। ਜਿਨ੍ਹਾਂ ਨੇ ਕੌਮ ਨੇ ਹਵਾਰਾ ਜੀ ਨੂੰ ਜਥੇਦਾਰ ਮੰਨਿਆ ਜੀ ਜੀ, ਉਹ ਕੌਮ ਦਾ ਹੀਰਾ ਹੈ। ਪਰੰਤੂ ਇਹ ਜਿਹੜੇ ਲੋਕਾਂ ਨਾਲ ਅੱਜ ਬਹਿੰਦੇ ਫਿਰਦੇ ਉਹ ਅੱਤਵਾਦੀ ਕਹਿੰਦੇ ਆ। ਫਿਰ ਸਾਡਾ ਕੰਸੈਪਟ ਡੋਬ ਦਿੱਤਾ। ਸਰਬੱਤ ਖਾਲਸੇ 'ਚ ਕੀ ਹੁੰਦਾ? 3 ਜਥੇਦਾਰ, ਚੌਥਾ ਜਥੇਦਾਰ ਹਵਾਰਾ ਜੀ ਆ ਮੇਨ, ਇੱਕ ਐਕਟਿੰਗ ਆ, ਦੂਜੇ ਆ, ਤੇ ਮੁੜ ਕੇ ਇੱਧਰ ਹੁਣ ਨਾਲ ਹੀ ਬਹਿ ਕੇ ਜਥੇਦਾਰ ਸਾਹਿਬ ਨਾਲ ਹੀ ਬਹਿ ਕੇ ਪੁਰਾਣੇ ਉਹ ਹੁਣ ਦੂਜਿਆਂ ਨੂੰ ਸੰਬੋਧਨ ਕਰੀ ਜਾਂਦੇ ਜਥੇਦਾਰ ਜੀ। ਹੁਣ ਉਪਾਧੀ ਦੇਣ ਲੱਗਿਆਂ ਦਾ ਵੀ ਪਤਾ ਨਹੀਂ ਲੱਗਾ, ਤੇ ਲਾ ਕੇ ਸਿੱਟਣ ਲੱਗਿਆਂ ਦਾ ਵੀ ਨਹੀਂ ਪਤਾ ਲੱਗਾ ਕਦੋਂ ਲੱਗੀ। ਫਿਰ ਇਹ ਕੀ ਕਰਦੇ? ਇਹ ਤਾਂ ਸਰਬੰਤ ਖਾਲਸੇ ਵਰਗੇ ਕੌਮੀ ਕਨਸੈਪਟ ਨੂੰ ਵੀ ਇਹਨਾਂ ਨੇ ਰੋਲ ਕੇ ਰੱਖ ਦਿੱਤਾ। ਇਹ ਆਪਾਂ ਕਹਿ ਦਾਂਗੇ ਮਸਲਾ ਕੀ ਹੈ, ਜਦੋਂ ਨਾ ਇਹ ਸਰਬੱਤ ਖਾਲਸਾ, ਹੁਣ ਤੁਸੀਂ ਬਾਈ ਨੇਮ ਨਾ ਮੈਨੂੰ ਇਹ ਕਰਿਓ, ਕਿਉਂਕਿ ਕਈ ਵਾਰ ਉਹ ਜੇ ਗੱਲ ਬਾਈ ਨੇਮ ਤੇ ਆਉਂਦੀ ਹੈ ਨਾ ਗੱਲ ਕਈ ਵਾਰ, ਤੇ ਉਹ ਫਿਰ ਕੋਈ ਕਹਿ ਦਿੰਦੇ ਜੀ ਫਲਾਣੇ ਧੜੇ ਨਾਲ। ਜਦੋਂ ਇਹ ਉੱਥੇ ਕੋਠੀ ਵਿੱਚ ਹੋਇਆ ਸੀਗਾ ਬਠਿੰਡੇ, ਕਿਸੇ ਦੀ ਕੋਠੀ 'ਚ ਸਾਰੇ ਇਕੱਠੇ ਹੋਏ ਸੀ, ਹਰ ਜਥੇਬੰਦੀ ਦਾ ਇੱਕ ਮੈਂ ਵੀ ਗਿਆ ਸੀ। ਇੱਕ ਜਣਾ ਗੱਡੀ ਚਲਾ ਰਿਹਾ ਸੀ ਤੇ ਦੂਜਾ ਕੋਲ ਬੈਠਾ ਸੀ, ਉਹ ਸਾਰੇ ਇਕੱਠੇ ਹੋਏ ਸੀ। ਉਹ 'ਚ ਮਿਸ਼ਨਰੀ ਵੀ ਸੀ, ਟਕਸਾਲੀ ਵੀ ਸੀ, ਤੇ ਦੂਜੀਆਂ ਸਾਰੇ। 6ਵਾਂ ਮੁੱਦਾ ਆਇਆ ਸੀ ਸਰਬੱਤ ਖਾਲਸੇ ਦਾ ਜੀ, ਤੇ ਉੱਥੇ ਵਿਰੋਧ ਹੋਇਆ ਸੀ। ਬਿਲਕੁਲ, ਸਾਰਿਆਂ ਵੱਲੋਂ ਵੀ, ਕਾਫੀਆਂ ਵੱਲੋਂ ਜੀ। ਕੁਝ ਤਾਂ ਚਾਹੁੰਦੇ ਹੀ ਸੀ ਵੀ ਇਹ ਮੁੱਦਾ ਜਿਹੜਾ ਵਾ ਇਹ ਸ਼ਹੀਦਾਂ ਦੇ, ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੇ ਖਿਲਰੇ ਹੋਏ ਅੰਗਾਂ ਤੇ, ਜਾਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨਾਲ ਇਹਨੂੰ ਕਰੀਏ, ਇਹਦਾ ਪਹਿਲਾਂ ਕੋਈ ਵਿਧੀ ਬੰਧਨ ਬਣਾਈਏ। ਤੇ ਉੱਥੇ ਕੱਟਿਆ ਸੀ। ਜੇ ਅੱਜ ਵੀ ਕਾਗਜ਼ ਉਹ ਮਤਾ, ਜਿਹੜੇ ਮਤੇ ਬਰਗਾੜੀ ਭੋਗ ਤੇ ਪੜ੍ਹੇ ਜਾਣੇ ਸੀ, ਉਹਨਾਂ ਦੇ ਵਿੱਚੋਂ ਕੱਟਿਆ ਸੀ। ਪਰ ਜੀ ਉਹ ਜਿਸ ਕੀ ਲਾਠੀ ਉਸ ਕੀ ਭੈਂਸ, ਉਹਨਾਂ ਨੇ ਧੱਕੇ ਨਾਲ ਪੜਿਆ। ਮੰਨ ਲਓ ਸਟੇਜ ਉਹਨਾਂ ਕੋਲੇ ਸੀ, ਬਰਗਾੜੀ ਦੀ ਸਟੇਜ ਉਹਨਾਂ ਕੋਲੇ, ਆਪਦੇ ਕੋਲੇ ਸੀ, ਤੇ ਅਖੀਰ ਤੇ ਉਹਨਾਂ ਨੇ ਧੱਕੇ ਨਾਲ ਇਹ ਪੜ ਦਿੱਤਾ। ਚਲੋ ਧੋਖਾ ਕੀਤਾ ਕੌਮ ਨਾਲ, ਉੱਥੇ ਧੋਖਾ ਕਰਤਾ, ਤੇ ਮੁੜ ਕੇ ਹੁਣ ਲਾਗੂ ਕਰਾਉਣ 'ਚ ਧੋਖਾ ਕਰਤਾ। ਲੋਕਾਂ ਨੂੰ ਤਾਂ ਕਹਿੰਦੇ ਡਰ ਕੇ ਮੁੜ ਕੇ ਹੋ ਜਾਂਦੇ। ਜੇ ਸਰਬੱਤ ਖਾਲਸਾ 'ਚ ਜਥੇਦਾਰ ਥਾਪੇ ਸੀ, ਤੇ ਫਿਰ ਅਕਾਲ ਤਖਤ ਸਾਹਿਬ ਕਿੰਨੀ ਕੁ ਦੂਰ ਸੀ? ਚਲੇ ਜਾਂਦੇ ਲੈਣੇ ਪ੍ਰਬੰਧ ਸੰਭਾਲ ਕੇ ਦਿਖਾਉਂਦੇ, ਚਲਾ ਕੇ ਦਿਖਾਉਂਦੇ, ਉਹਨਾਂ ਨੂੰ ਵਧੀਆ ਕਰਕੇ ਦਿਖਾਉਂਦੇ, ਪਰ ਕਰਨਾ ਨਹੀਂ ਸੀ। ਪ੍ਰਗਟ ਸਿੰਘ ਜੀ, ਸਾਡੀਆਂ ਹੀ ਅੱਖਾਂ 'ਚ ਘੱਟਾ ਪਾਉਣਾ ਸੀਗਾ, ਕਿਉਂਕਿ ਅੰਦਰੋਂ ਤੇ ਗੱਲ ਸਾਰੀ ਇੱਕ ਸੀ। ਉਹ ਜਿਹੜੀ ਅੱਜ ਜਗਜਰ ਹੋ ਰਹੀ ਆ, ਕੌਮ ਨੂੰ ਦੜਾ ਕੇ ਮਾਰਤਾ। ਸੱਦ ਲਓ ਜੀ ਚੰਡੀਗੜ੍ਹ, ਸੱਦ ਲਓ ਜੀ ਅਨੰਦਪੁਰ ਸਾਹਿਬ, ਸੱਦ ਲਓ ਜੀ ਚੱਬੇ, ਸੱਦ ਲਓ ਜੀ ਗੁਰਬਖਸ਼ ਸਿੰਘ ਕੋ, ਸੱਦ ਲਓ ਜੀ ਸੂਰਤ ਸਿੰਘ ਕੋ, ਸੱਦ ਲਓ ਜੀ ਇੱਥੇ, ਸੱਦ ਲਓ ਜੀ ਉੱਥੇ। ਵੱਡਾ ਨੁਕਸਾਨ ਜਿਹੜਾ ਕੌਮ ਦਾ ਇਹਨਾਂ ਮਸਲਿਆਂ ਨੇ ਵੱਡਾ ਨੁਕਸਾਨ। ਬਿਲਕੁਲ ਜੀ, ਬਿਲਕੁਲ। ਤੇ ਬੜੀ ਵਧੀਆ ਗੱਲਬਾਤ ਜਿਹੜੀ ਆਪਣੀ ਹੋਈ ਆ, ਬੜੇ ਸੋਹਣੇ ਵਿਚਾਰ ਜਿਹੜੇ ਆਪਾਂ ਅਲੱਗ-ਅਲੱਗ ਵਿਸ਼ਿਆਂ ਤੇ ਕੀਤੇ ਨੇ। ਤੇ ਭਾਈ ਸਾਹਿਬ, ਤੁਹਾਡਾ ਅੱਜ ਸਾਡੇ ਇਸ ਚੈਨਲ ਵੱਲੋਂ ਵੀ ਬਹੁਤ-ਬਹੁਤ ਧੰਨਵਾਦ। ਆਪਾਂ ਮਿਲੇ ਆ, ਗੱਲਬਾਤ ਕੀਤੀ ਹੈ। ਤੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ, ਤੁਹਾਡੀ ਸਮੁੱਚੀ ਟੀਮ ਦਾ ਜੀ, ਮੈਂ ਇੱਕ ਗਰੀਬ ਸਿੱਖ ਨੂੰ ਤੁਸੀਂ ਬੁਲਾ ਕੇ ਸਿੱਖ ਸੰਗਤਾਂ ਦੇ ਸਨਮੁਖ ਕੀਤਾ, ਤੁਹਾਡਾ ਧੰਨਵਾਦ ਜੀ। ਤੇ ਇਹ ਸਾਡਾ ਜ਼ਰੂਰੀ ਇੱਕ ਫਰਜ਼ ਵੀ ਆ ਸਾਰਿਆਂ ਦਾ। ਮਾਰੇ ਕਹਿੰਦੇ ਬੋਲ ਸੋ ਧਰਮੀ ਅੜਿਆ, ਮੋਹਨ ਕਤ ਧਾਰੀ ਰਾਮ। ਵੀ ਜੇ ਤੂੰ ਧਰਮੀ ਆ ਤੇ ਬੋਲ। ਆਪਾਂ ਧਰਮੀ ਹੋਣ ਦੇ ਨਾਤੇ ਬੋਲੇ ਆ, ਤੇ ਪਰ ਜੇ ਨਾਲ ਉੱਥੇ ਹੀ ਫੇਰ ਸਮਾਪਤੀ ਕਰੀਏ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੀ। ਹੁਣ ਝੂਠਿਆਂ ਨੂੰ ਅੱਗ ਲੱਗ ਜਾਏ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਬੋਲਦਿਆਂ ਵਿਚਾਰਦਿਆਂ ਕੋਈ ਭੁੱਲਾਂ ਹੋ ਜਾਂਦੀਆਂ, ਖਿਮਾ ਮੰਗਦੇ ਆ।
ਸਾਰੀਆਂ ਤੁਹਾਡਾ ਤੇ ਸੁਣਨ ਵਾਲੇ ਸਰੋਤਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।